ਕਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਯਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਗੁਰੂ ਕੀ ਪਿਆਰੀ ਸੰਗਤ ਜੀ ਬੜੇ ਹੀ ਪਿਆਰ ਨਾਲ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਸਤਿਗੁਰੂ ਉਸ ਧਰਤੀ ਦੇ ਉੱਤੇ ਸੁਭਾਏਮਾਨ ਨੇ ਜਿੱਥੇ ਵੱਡੇ ਵੱਡੇ ਪਾਪੀਆਂ ਦੇ ਪਾਪ ਕੱਟੇ ਜਾਂਦੇ ਹਨ। ਭਾਵ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਉੱਤੇ ਸੁਭਾਏਮਾਨ ਹਨ। ਬੜੀਆਂ ਹੀ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਰਹੀਆਂ ਨੇ। ਨਿਤ ਨਵੀਂ ਸੰਗਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦੀ ਹੈ। ਗੁਰੂ ਜੀ ਦਾ ਤੇਜ ਪ੍ਰਤਾਪ ਦਿਨੋਂ ਦਿਨ ਵੱਧ ਰਿਹਾ ਹੈ ਜੀ। ਚੇਤਾ ਰੱਖਿਓ
ਬੰਦਗੀ ਕਰਨ ਵਾਲਿਆਂ ਦੇ ਅੰਦਰ ਇੱਕ ਖਿੱਚ ਹੁੰਦੀ ਹੈ, ਜਿਹੜੀ ਖਿੱਚ ਦੁਨੀਆ ਨੂੰ ਖਿੱਚਦੀ ਹੈ ਸਾਧ ਸੰਗਤ ਜੀ। ਕਿਉਂਕਿ ਸੰਸਾਰ ਦੇ ਲੋਕਾਂ ਨੂੰ ਠੰਡ ਪੈਂਦੀ ਉਹਨਾਂ ਦੇ ਕੋਲ ਆ ਕੇ, ਉੱਥੇ ਮਨ ਸ਼ਾਂਤ ਹੁੰਦਾ, ਠੰਡ ਪੈਂਦੀ ਹੈ, ਉਹ ਫਿਰ ਖਿੱਚਦੀ ਹੈ ਜੀ। ਸਤਿਗੁਰੂ ਜੀ ਤੇ ਬੜੇ ਹੀ ਵੱਡੇ ਨੇ, ਬੜੇ ਹੀ ਵੱਡੇ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਸੱਜੇ ਹਨ। ਬਹੁਤ ਸੰਗਤਾਂ ਆ ਰਹੀਆਂ ਨੇ। ਗੁਰੂ ਜੀ ਨੇ ਆਪਣੀ ਫੌਜ ਸਾਜੀ ਜੀ। ਹਜ਼ਾਰਾਂ ਦੀ ਗਿਣਤੀ ਵਿੱਚ ਸਤਿਗੁਰੂ ਜੀ ਦੇ ਕੋਲ ਸਿਪਾਹੀ ਭਰਤੀ ਹੋ ਗਏ ਜੀ। ਸਿਪਾਹੀਆਂ ਨੂੰ ਸਤਿਗੁਰੂ ਜੀ ਮਾਇਆ ਵੀ ਦਿੰਦੇ ਆ, ਵਧੀਆ ਘੋੜਾ ਵੀ ਦਿੰਦੇ ਆ, ਤੇ ਬੜੇ ਬੜੇ ਵਧੀਆ ਸ਼ਸਤਰ ਦਿੱਤੇ ਗੁਰੂ ਜੀ ਨੇ ਜੀ। ਉਹ ਸ਼ਸਤਰ ਜਿਹੜੇ ਸੰਗਤਾਂ ਗੁਰੂ ਸਾਹਿਬ ਵਾਸਤੇ ਲੈ ਕੇ ਆਉਂਦੇ ਸੀ, ਮਹਾਰਾਜ ਜੀ ਨੇ ਅੱਗੇ ਅੱਗੇ ਸਿਪਾਹੀਆਂ ਨੂੰ ਦੇ ਦਿੱਤੇ ਜੀ। ਬੜਾ ਵੱਡਾ ਮਹਾਰਾਜ ਜੀ ਦਾ ਜਸ ਹੋ ਰਿਹਾ। ਸਤਿਗੁਰੂ ਜੀ ਦੇ ਮਨ ਵਿੱਚ ਫੁਰਨਾ ਆਇਆ ਵੀ ਫੌਜ ਤੇ ਬਣ ਗਈ ਹੈ, ਨਗਾਰਾ ਨਹੀਂ ਹੈਗਾ, ਨਗਾਰਾ ਬਣਵਾਈਏ। ਨਾਲੇ ਉਹ ਨਗਾਰਾ ਸਦਾ ਹੀ ਵੱਜੇਗਾ ਗੁਰੂ ਘਰ ਵਿੱਚ। ਇਹ ਫੁਰਨੇ ਦੇ ਮੁਤਾਬਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਕੋਲ ਸੱਦਿਆ, ਹੁਕਮ ਕੀਤਾ ਵੀ ਵੱਡਾ ਵਧੀਆ ਨਗਾਰਾ ਬਣਾਓ। ਬਾਬਾ ਨੰਦ ਚੰਦ ਜੀ ਦੇ ਰਾਹੀਂ ਨਗਾਰਾ ਬਣਿਆ ਜੀ। ਨੰਦ ਚੰਦ ਜੀ ਸਾਧ ਸੰਗਤ ਜੀ ਕਾਰੀਗਰਾਂ ਨੂੰ ਬੁਲਾ ਕੇ ਲੈ ਕੇ ਆਏ। ਐਨ ਬਹੁਤ ਜ਼ਿਆਦਾ ਵਧੀਆ ਲੋਹਾ, ਘੜਿਆ ਹੋਇਆ ਲੋਹਾ, ਫੌਲਾਦ ਹੀ ਇੱਕ ਹਿਸਾਬ ਦਾ ਉਹ ਲੋਹਾ ਤਿਆਰ ਕੀਤਾ ਗਿਆ। ਮਹਾਰਾਜ ਜੀ ਬੜੇ ਖੁਸ਼ ਹੋਏ। ਫਿਰ ਮਹਾਰਾਜ ਨੇ ਹੁਕਮ ਕੀਤਾ ਵੀ ਇਸ ਨਗਾਰੇ ਨੂੰ ਹੁਣ ਮੜ ਦਿਓ। ਨਗਾਰਾ ਮੜਨ ਵਾਸਤੇ ਭੇਜਿਆ। ਟਾਈਮ ਲੱਗਦਾ ਜੀ, ਚਮੜੇ ਨੂੰ ਸੁਕਾਉਣਾ, ਧੁੱਪ ਪਹਿਲਾਂ ਮੜਨਾ, ਫਿਰ ਉਹਨੂੰ ਰੱਖ ਕੇ ਧੁੱਪ ਲਵਾਉਣੀ। ਧੁੱਪ ਵੀ ਬੜੇ ਹਿਸਾਬ ਦੀ ਲਵਾਉਣੀ ਜੀ। ਮਸੰਦਾਂ ਦੇ ਮਨ ਵਿੱਚ ਕੁਝ ਸੋਚਾਂ ਆ ਗਈਆਂ ਜੀ। ਹੁਣ ਉਹ ਮਸੰਦ ਉਮਰ 'ਚ ਵੱਡੇ ਆ ਤੇ ਗੁਰੂ ਜੀ ਨੂੰ ਛੋਟਾ ਸਮਝਦੇ ਆ ਵੀ ਮਹਾਰਾਜ ਬੱਚੇ ਆ ਜੀ। ਸੰਗਤ ਜੀ, ਜਿਹੜਾ ਜੋਤ ਦਾ ਸੰਬੰਧ ਹੈ ਉਹ ਸਰੀਰ ਨਾਲ ਜਾਂ ਉਮਰ ਨਾਲ ਨਹੀਂ ਹੈਗਾ ਜੀ। ਜੋਤ ਵਿੱਚ ਜਿਹੜੀ ਹੈ ਉਹ ਜੋਤ ਵੱਡੀ ਹੈ। ਉਹਨਾਂ ਨੇ ਬੜੀਆਂ ਢਿੱਲੀਆਂ ਗੱਲਾਂ ਕੀਤੀਆਂ। ਮੱਥਾ ਵੀ ਟੇਕਦੇ ਆ, ਸਿਰ ਵੀ ਨਵਾਉਂਦੇ ਆ, ਪਰ ਗੁਰੂ ਜੀ ਨੂੰ ਸ਼ਕਤੀਵਾਨ ਨਹੀਂ ਮੰਨਦੇ ਜੀ। ਮਹਾਰਾਜ ਨੂੰ ਫਿਰ ਵੀ ਸਲਾਹ ਦੇਣਾ ਚਾਹੁੰਦੇ ਆ। ਗੁਰਮੁਖੋ, ਇੱਕ ਗੱਲ ਦਾ ਪੱਕਾ ਹੀ ਚੇਤਾ ਰੱਖਿਓ, ਸਿੱਖ ਕਦੀ ਗੁਰੂ ਨੂੰ ਸਲਾਹ ਨਹੀਂ ਦੇ ਸਕਦਾ ਜੀ। ਸਿੱਖ ਆਪਣੇ ਸਤਿਗੁਰੂ ਨੂੰ, ਆਪਣੇ ਮਾਲਕ ਨੂੰ ਸਲਾਹ ਨਹੀਂ ਦੇ ਸਕਦਾ। ਸਿੱਖ ਦਾ ਕੰਮ ਆ ਸਤ ਬਚਨ ਕਰਨਾ। ਜਿਹੜੇ ਸਤਿਗੁਰੂ ਜੀ ਦਾ ਬਚਨ ਨਹੀਂ ਮੰਨਦੇ, ਉਹ ਆਪਣੀਆਂ ਹੀ ਅੱਗੋਂ ਸਲਾਹਾਂ ਦਿੰਦੇ ਰਹਿੰਦੇ ਆ। ਫਿਰ ਉਹ ਗੁਰੂ ਸਾਹਿਬ ਦੇ ਸਿੱਖ ਨਹੀਂ ਬਣਿਆ ਜੀ। ਰਤਨ ਰਾਏ ਸਿੱਖ ਬਣਿਆ ਨਾ ਜੀ, ਕਮਾਲ ਦਾ ਸਿੱਖ ਹੈ ਜੀ। ਜਿਹੜਾ ਤੇ ਸਤਿਗੁਰੂ ਜੀ ਦਾ ਸਿੱਖ ਹੈ, ਉਹ ਤੇ ਹਮੇਸ਼ਾ ਸਤ ਬਚਨ ਹੀ ਕਰਦਾ ਜੀ। ਵੀ ਜੋ ਗੁਰੂ ਜੀ ਨੇ ਕਹਿ ਦਿੱਤਾ ਉਹ ਠੀਕ ਹੈ ਮੇਰੇ ਵਾਸਤੇ, ਤੇ ਨਹੀਂ ਤੇ ਬੰਦਾ ਹੋਰ ਦੀਆਂ ਹੋਰ ਗੱਲਾਂ ਕਰਦਾ ਜੀ। ਮਸੰਦਾਂ ਨੇ ਬੜੀਆਂ ਢਿੱਲੀਆਂ ਗੱਲਾਂ ਕੀਤੀਆਂ ਵੀ ਮਾਇਆ ਸਾਡੇ ਕਰਕੇ ਆਉਂਦੀ ਆ। ਮਾਤਾ ਜੀ ਕੋਲ ਸ਼ਿਕਾਇਤ ਲੈ ਕੇ ਗਏ। ਪਹਿਲਾਂ ਮੀਟਿੰਗ ਕੀਤੀ, ਫਿਰ ਮਾਤਾ ਜੀ ਨੂੰ ਸ਼ਿਕਾਇਤ ਲਾਈ ਜੀ। ਉਹਦੇ ਵਿੱਚ ਇਹ ਵੀ ਕਿਹਾ ਵੀ ਮਾਇਆ ਦਾ ਬੋਝ ਸਾਡੇ ਤੇ ਪੈਂਦਾ, ਮਾਇਆ ਤਾਂ ਅਸੀਂ ਇਕੱਠੀ ਕਰਕੇ ਦਿੰਦੇ ਹਾਂ। ਇੰਨਾ ਹੀ ਫਰਕ ਹੈਗਾ ਇੱਕ ਭਾਵਨਾ ਵਾਲਿਆਂ ਵਿੱਚ ਤੇ ਇੱਕ ਸੰਸਾਰੀਆਂ ਦੇ ਵਿੱਚ ਜੀ। ਸਾਰੀ ਭਾਵਨਾ ਸਮਰਪਿਤ ਕਰਕੇ ਸਮਝੋ ਵੀ ਸਭ ਕੁਝ ਗੁਰੂ ਜੀ ਨੇ ਕਰਨਾ ਆਉਣਾ।
ਪਿਆਰਿਓ, ਇਹ ਭਾਵਨਾ ਅੰਦਰੋਂ ਰੱਖ ਕੇ ਵੇਖਿਓ ਕਾਰਜ ਕਿਵੇਂ ਸੌਰਦੇ ਜੀ। ਗੁਰੂ ਨੂੰ ਸਮਰੱਥ ਮੰਨ ਕੇ ਤੇ ਵੇਖੀਏ। ਸਿਆਣੇ ਨਹੀਂ ਬਣਨਾ, ਨਿਆਣੇ ਬਣਨਾ ਹੈ ਜੀ। ਇੱਥੋਂ ਦੀ ਗੱਲ ਹੋਰ ਹੈ। ਬਾਹਰੀ ਤੌਰ ਵਿੱਚ ਇਹ ਹੈ ਵੀ ਦੁਨੀਆ ਵਿੱਚ ਨਿਆਣਾ ਕਾਮਯਾਬ ਨਹੀਂ ਹੈਗਾ, ਦੁਨੀਆ 'ਚ ਸਿਆਣਾ ਕਾਮਯਾਬ 'ਚ। ਧਰਮ ਦੇ ਰਸਤੇ 'ਚ ਸਿਆਣਾ ਨਹੀਂ, ਨਿਆਣਾ ਕਾਮਯਾਬ ਹੈ ਜੀ। ਜਿਹਦੀ ਮੱਤ ਨਿਆਣੀ ਹੈ, ਭੋਲਾਪਨ ਹੈ ਜਿਹਦੇ ਵਿੱਚ ਜੀ। ਬਾਣੀ ਵਿੱਚ ਜ਼ਿਕਰ ਆਉਂਦਾ, ਭੋਲਾ ਭਾਓ ਗੋਬਿੰਦ ਮਿਲਾਵੈ। ਜਿਹੜਾ ਭੋਲਾ ਭਾ ਹੈ ਨਾ ਜੀ, ਸਤ ਬਚਨ ਕਰਨਾ। ਅਸੀਂ ਤੇ ਬਚਨ ਉਹ ਮੰਨਦੇ ਹਾਂ ਜਿਹੜੇ ਸਾਡੇ ਅਨੁਸਾਰ ਫਿੱਟ ਹੈਗੇ ਆ ਜੀ। ਜਿਹੜਾ ਬਚਨ ਸਾਡੇ ਅਨੁਸਾਰ ਫਿੱਟ ਨਹੀਂ ਹੈਗਾ, ਉਹ ਬਚਨ ਨਹੀਂ ਮੰਨਣਾ ਆਪਾਂ। ਉਹ ਬਚਨ ਬੰਦੇ ਮੰਨਦੇ ਆ ਸੰਗਤ ਜੀ ਜਿਹੜਾ ਸਾਡੇ ਅਨੁਸਾਰ ਫਿੱਟ ਹੈਗਾ ਜੀ। ਜਿਹੜਾ ਸਾਡੇ ਅਨੁਸਾਰ ਨਹੀਂ ਹੈਗਾ, ਉਹਦੀ ਕੋਈ ਗੱਲ ਨਹੀਂ ਜੀ। ਪਰ ਭੋਲਾ ਬਣ ਕੇ ਤੇ ਸਾਰੇ ਬਚਨ ਹੀ ਮੰਨਣੇ, ਸਾਰੇ ਬਚਨ ਹੀ ਮੰਨਣੇ। ਜਿਹੜਾ ਇਸ ਤਰ੍ਹਾਂ ਕਰਦਾ ਉਹ ਫਿਰ ਖੁਸ਼ੀਆਂ ਲੈਂਦਾ। ਭੋਲਾ ਭਾਓ ਗੋਬਿੰਦ ਮਿਲਾਵੈ। ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਜੀ, ਉਹਨਾਂ ਦੇ ਕੋਲ ਇੱਕ ਨੌਜਵਾਨ ਰਾਗੀ ਸਿੰਘ ਗਿਆ ਜੀ। ਅੱਜ ਕੱਲ੍ਹ ਉਸ ਰਾਗੀ ਸਿੰਘ ਦਾ ਬਹੁਤ ਨਾਮ ਹੈ, ਬਜ਼ੁਰਗ ਹੈ, ਬੜੀ ਵੱਡੀ ਸੰਸਥਾ ਚੱਲਦੀ ਦੀ ਉਹਨਾਂ ਦੀ, ਭਾਈ ਗੁਰਇਕਬਾਲ ਸਿੰਘ। ਭਾਈ ਗੁਰਇਕਬਾਲ ਸਿੰਘ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੇ ਕੋਲ ਗਏ ਤੇ ਉਹ ਕਹਿਣ ਲੱਗੇ, ਜੇ ਤੇ ਬੱਚਾ ਬਣ ਕੇ ਰਹੇਗਾ ਤੇ ਬਚਿਆ ਰਹੇਗਾ। ਬਾਬਾ ਦਰਸ਼ਨ ਸਿੰਘ ਜੀ ਨੇ ਬਚਨ ਕੀਤਾ ਕੁੱਲੀ ਵਾਲਿਆਂ ਨੇ ਜੀ, ਜੇ ਤੇ ਬੱਚਾ ਬਣ ਕੇ ਰਹੇਗਾ ਤੇ ਬਚਿਆ ਰਹੇਗਾ ਹੀ। ਤੇ ਵੇਖ ਲਓ ਗੁਰੂ ਜੀ ਦੀ ਕਿਰਪਾ, ਮਹਾਰਾਜ ਉਹਨਾਂ ਕੋਲ ਸੇਵਾ ਲੈ ਹੀ ਰਹੇ ਆ ਜੀ। ਸਿਆਣਾ ਗੁਰੂ ਅੱਗੇ ਨਹੀਂ ਬਣਨਾ, ਗੁਰੂ ਅੱਗੇ ਨਿਆਣਾ ਬਣਨਾ, ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨਣਾ। ਜਿਹੜਾ ਜਿੰਨੀ ਭਾਵਨਾ ਦੇ ਨਾਲ, ਪ੍ਰਤੀਤੀ ਦੇ ਨਾਲ, ਭਰੋਸੇ ਦੇ ਨਾਲ ਸਤਿਗੁਰੂ ਜੀ ਦਾ ਬਚਨ ਮੰਨਦਾ, ਸਾਧ ਸੰਗਤ ਜੀ, ਉਹਦਾ ਓਨਾ ਭਲਾ ਹੋਈ ਜਾਂਦਾ ਜੀ। ਓਨਾ ਭਲਾ ਹੋਈ ਜਾਂਦਾ। 52 ਹੁਕਮਨਾਮੇ ਬਾਹਰ ਲਿਖੇ ਆ ਨਾ, ਜਿੰਨੇ ਹੁਕਮਨਾਮੇ ਤੁਸੀਂ ਮੰਨਣ ਲੱਗ ਪਏ ਨਾ ਜੀ, ਓਨਾ ਤੁਹਾਡਾ ਭਲਾ ਹੋਣਾ ਸ਼ੁਰੂ ਹੋ ਜਾਏਗਾ ਜੀ। ਜਿੰਨੇ ਬਚਨ, ਜਿਹੜਾ ਬਚਨ ਮੰਨੋਗੇ, ਜਿੰਨਾ ਬਚਨ ਮੰਨੋਗੇ, ਓਨਾ ਹੀ ਤੁਹਾਡਾ ਭਲਾ ਹੋ ਜਾਏਗਾ। ਗੁਰੂ ਦਾ ਤੇ ਇੱਕ ਬਚਨ ਮੰਨਿਆ ਬੜਾ ਭਲਾ ਹੋ ਜਾਂਦਾ, ਤੇ ਜੇ ਬੰਦਾ ਸਾਰੇ ਮੰਨੇ ਤੇ ਕਿੰਨਾ ਭਲਾ ਹੋਏਗਾ ਜੀ। ਮੈਂ ਦਾਸ ਇਹ ਤਾਂ ਗੱਲਾਂ ਕਰਨੀਆਂ ਵਾਂ ਵੀ ਮਸੰਦਾਂ ਦੀਆਂ ਗੱਲਾਂ ਬੜੀਆਂ ਕੱਚੀਆਂ ਹੈਗੀਆਂ ਨੇ ਜੀ। ਉਹ ਆਪਣੇ ਆਪ ਨੂੰ ਵੱਡਾ ਤੇ ਗੁਰੂ ਜੀ ਨੂੰ ਛੋਟਾ ਸਮਝ ਕੇ ਮਾਤਾ ਜੀ ਕੋਲ ਸ਼ਿਕਾਇਤ ਲਾਉਂਦੇ ਵੀ ਨਗਾਰਾ ਨਹੀਂ ਬਣਨਾ ਚਾਹੀਦਾ, ਨਗਾਰਾ ਨਹੀਂ ਬਣਨਾ ਚਾਹੀਦਾ। ਆਖੋ ਵਾਹਿਗੁਰੂ ਵਾਹਿਗੁਰੂ। ਪਰ ਜੇ ਉਹ ਭੋਲੇ ਰਹਿੰਦੇ ਨਾ ਤੇ ਪ੍ਰਵਾਨ ਹੋ ਜਾਂਦੇ। ਇਹਨਾਂ ਗੱਲਾਂ ਕਰਕੇ ਤੇਲ ਪਾ ਕੇ ਸਾੜਨਾ ਪਿਆ ਸੀ ਮਹਾਰਾਜ ਨੂੰ, ਇਹਨਾਂ ਗੱਲਾਂ ਕਰਕੇ। ਅੱਗੇ ਜਾ ਕੇ ਕਥਾ ਆਏਗੀ, ਇਹਨਾਂ ਗੱਲਾਂ ਕਰਕੇ ਸਤਿਗੁਰੂ ਜੀ ਨੇ ਤੇਲ ਪਾ ਕੇ ਛੜਵਾਏ ਸੀਗੇ ਜੀ। ਭੋਲਾ ਭਾਓ ਗੋਬਿੰਦ ਮਿਲਾਵੈ, ਭੋਲਾ ਭਾਓ ਗੋਬਿੰਦ ਮਿਲਾਵੈ। ਭੋਲਾ ਭਾਓ ਗੋਬਿੰਦ ਮਿਲਾਵੈ, ਭੋਲਾ ਭਾਓ ਗੋਬਿੰਦ ਮਿਲਾਵੈ, ਭੋਲਾ ਭਾਓ ਗੋਬਿੰਦ ਮਿਲਾਵੈ, ਭੋਲਾ ਭਾਓ ਗੋਬਿੰਦ ਮਿਲਾਵੈ। ਭੋਲਾ ਭਾਓ ਗੋਬਿੰਦ ਮਿਲਾਵੈ। ਭੋਲਾ ਭਾ ਨਹੀਂ ਉਹਨਾਂ ਨੇ ਰੱਖਿਆ। ਮਾਤਾ ਜੀ ਕੋਲ ਗਏ, ਮਾਤਾ ਜੀ ਨੂੰ ਬੜੀਆਂ ਬੜੀਆਂ ਗੱਲਾਂ ਸਿਖਾਈਆਂ। ਮਾਤਾ ਜੀ ਹੋਣੀ ਸਾਧ ਸੰਗਤ ਜੀ ਉਹਨਾਂ ਦੀ ਗੱਲ ਵਿੱਚ ਆ ਗਏ ਤੇ ਮਾਤਾ ਜੀ ਨੇ ਆਪਣੇ ਭਰਾ ਨੂੰ ਵੀ ਸੱਦਣ ਦਾ ਯਤਨ ਕੀਤਾ ਵੀ ਮੈਂ ਆਪਣੇ ਭਰਾ ਨੂੰ ਕਹਾਂਗੀ
ਵੀ ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ। ਤੇ ਇਧਰ ਸਾਧ ਸੰਗਤ ਜੀ, ਮਾਤਾ ਜੀ ਨੇ ਹੋਰਨਾਂ ਬੜਿਆਂ ਨੂੰ ਵੀ ਕਿਹਾ ਜੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹੋ ਵੀ ਨਗਾਰਾ ਨਾ ਬਣਵਾਉਣ। ਅੱਗੋਂ ਹੁਣ ਆਪਾਂ ਕਥਾ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਅਸ ਮਸਲਤ ਕਰ ਮਾਤ ਸਿਖਾਈ। ਇਸ ਤਰੀਕਿਆਂ ਨਾਲ ਸਲਾਹ ਕਰਕੇ ਉਹ ਜਿਹੜੇ ਮਸੰਦ ਨੇ ਉਹਨਾਂ ਨੇ ਮਾਤਾ ਜੀ ਨੂੰ ਆਪਣੀਆਂ ਗੱਲਾਂ ਵਿੱਚ ਲੈ ਆਂਦਾ ਜੀ। ਹਾਂਜੀ, ਮਸਤਕ ਟੇਕ ਉੱਠੇ ਸਮੁਦਾਈ। ਮੱਥਾ ਟੇਕਿਆ ਤੇ ਸਾਰੇ ਮਸੰਦ ਉੱਠ ਕੇ ਆਪੋ ਆਪਣੇ ਅਸਥਾਨਾਂ ਤੇ ਚਲੇ ਗਏ। ਜੋ ਜਿਸ ਮਿਲ ਹੈ ਸਮੀਪੀ ਗੁਰ ਕੋ। ਜਿਹੜਾ ਮਸੰਦ, ਕਈ ਮਸੰਦ ਸੀਗੇ, ਜਿਸ ਜਿਸ ਮਸੰਦ ਨੂੰ ਕੋਈ ਗੁਰੂ ਸਾਹਿਬ ਦਾ ਨੇੜਲਾ ਸਿੱਖ ਮਿਲਦਾ ਨਾ ਜੀ, ਹਾਂਜੀ, ਕਰ ਹੈ ਸਿਖਾਵਨ ਆਸ਼ੈ ਉਰ ਕੋ। ਉਹ ਫਿਰ ਉਹਨਾਂ ਨੂੰ ਨਾ ਆਪਣੇ ਮਤਲਬ ਦੀਆਂ ਗੱਲਾਂ ਸਿਖਾਉਣ ਵੀ ਤੁਸੀਂ ਤੇ ਸਤਿਗੁਰੂ ਜੀ ਦੇ ਲਾਗੇ ਰਹਿੰਦੇ ਹੋ ਤੇ ਜੰਗ ਯੁੱਧ ਦੀ ਗੱਲ ਨਾ ਕਰਿਆ ਕਰੋ। ਗੁਰੂ ਸਾਹਿਬ ਲਾਗੇ ਨਗਾਰੇ ਦੀ ਗੱਲ ਨਾ ਕਰੋ, ਮਹਾਰਾਜ ਦੇ ਲਾਗੇ ਜੰਗ ਯੁੱਧ ਦੀ ਗੱਲ ਨਾ ਕਰਿਓ। ਹਾਂਜੀ, ਨਿਜ ਭਰਾਤਾ ਗੁਜਰੀ ਬੁਲਵਾਇਓ। ਕਰੋ ਹਟਾਵਨ ਸਭ ਸਮਝਾਇਓ। ਤੇ ਮਾਤਾ ਗੁਜਰੀ ਜੀ ਨੇ ਆਪਣੇ ਭਰਾ ਮਾਮਾ ਕਿਰਪਾਲ ਚੰਦ ਜੀ ਨੂੰ ਸੱਦਿਆ ਜੀ। ਮਾਮਾ ਜੀ ਆਏ, ਕਹਿਣ ਲੱਗੇ ਵੀ ਮਹਾਰਾਜ ਨੂੰ ਹਟਾਓ, ਨਗਾਰਾ ਨਾ ਬਣਵਾਉਣ, ਜੇ ਬਣ ਗਿਆ ਤੇ ਵਜਵਾਉਣ ਨਾ ਨਗਾਰਾ। ਹਾਂਜੀ, ਸੁਸਾ ਸੰਗ ਤਿਨ ਭਾਖ ਸੁਨਾਈ। ਮਾਮਾ ਕਿਰਪਾਲ ਚੰਦ ਜੀ ਮਾਤਾ ਗੁਜਰੀ ਜੀ ਨੂੰ ਆਪਣੀ ਭੈਣ ਨੂੰ ਕਹਿਣ ਲੱਗੇ, ਠਟ ਹੈ ਗੁਰੂ ਕੋ ਸਕਹਿ ਹਟਾਈ। ਕਹਿਣ ਲੱਗੇ ਭੈਣ ਜੀ, ਜਿਹੜਾ ਕਾਰਜ ਗੁਰੂ ਜੀ ਨੇ ਕਰਨਾ ਹੋਵੇ ਕਿਹਦੇ 'ਚ ਜ਼ੁਰਤ ਹੈ ਗੁਰੂ ਜੀ ਨੂੰ ਰੋਕ ਲਵੇ। ਹੈ ਕਿਸੇ ਵਿੱਚ ਇੰਨੀ ਜ਼ੁਰਤ ਵੀ ਉਹ ਮਹਾਰਾਜ ਨੂੰ ਰੋਕ ਸਕੇ। ਹਾਂਜੀ, ਆਸ਼ੈ ਸੁਨਹਿ ਤਿਨਹੋਂ ਕੇ ਜਬੈ। ਸਨਮਾਨਤ ਬੋਲਨ ਤਿਮ ਸਬੈ। ਹਾਂਜੀ, ਸਭ ਕੋ ਸੀਖ ਦੇਤ ਹੈ ਸੋਈ। ਕਹਿ ਨਾ ਸਕੈ ਢਿਗ ਵਿਪਰੈ ਕੋਈ। ਵੀ ਇੱਥੇ ਬਹਿ ਕੇ ਗੱਲ ਕਰਨੀ ਸੌਖੀ ਹੈ ਭੈਣ ਜੀ, ਜਦੋਂ ਉਹਨਾਂ ਦੇ ਸਾਹਮਣੇ ਜਾਈਏ ਪ੍ਰਤਾਪ ਹੀ ਇੰਨਾ ਹੁੰਦਾ, ਮੂੰਹ ਤੇ ਗੱਲ ਨਹੀਂ ਹੁੰਦੀ। ਮਹਾਰਾਜ ਦਾ ਪ੍ਰਤਾਪ ਇੰਨਾ ਜੀ, ਪਿੱਛੋਂ ਗੱਲ ਕਰਨੀ ਭੈਣ ਜੀ ਬੜੀ ਸੌਖੀ ਹੈ, ਮੁੱਖ ਉੱਤੇ ਗੱਲ ਨਹੀਂ ਹੋ ਸਕਦੀ। ਕਹਿੰਦੇ ਸਭ ਕੋ ਸੀਖ ਦੇਤ ਹੈ ਸੋਈ। ਉਹ ਤਾਂ ਸਾਰਿਆਂ ਨੂੰ ਸਿੱਖਿਆ ਦਿੰਦੇ ਆ ਤੇ ਮੈਂ ਉਹਨਾਂ ਨੂੰ ਕੀ ਸਮਝਾਵਾਂਗਾ। ਕਹਿ ਨਾ ਸਕੈ ਢਿਗ ਵਿਪਰੈ ਕੋਈ, ਉਹਨਾਂ ਦੇ ਸਾਹਮਣੇ ਕੋਈ ਉਲਟ ਗੱਲ ਕਿਵੇਂ ਕਰੇਗਾ। ਹਾਂਜੀ, ਜੇਕਰ ਤੁਮ ਤੇ ਵਰਜਿਓ ਜਾਏ। ਤਾਉ ਕਹੀਐ ਨੀਕੈ ਸਮਝਾਏ। ਅਪਰ ਵਿਖੈ ਕਿਆ ਸ਼ਕਤ ਸੁਨਾਵਨ। ਜੇ ਕੋ ਕਹੈ ਬਹੁਰ ਪਛਤਾਵਨ। ਹਾਂ ਭੈਣ ਜੀ, ਤੁਸੀਂ ਸਤਿਗੁਰੂ ਜੀ ਦੇ ਮਾਂ ਹੋ, ਮੈਂ ਨਹੀਂ ਕਹਿ ਸਕਦਾ, ਮੇਰਾ ਇੰਨਾ ਅਧਿਕਾਰ ਨਹੀਂ ਹੈਗਾ। ਪਰ ਜੇ ਸਮਝਾਉਣਾ ਤੁਸੀਂ ਸਮਝਾ ਸਕਦੇ ਜੇ, ਹੋਰ ਕਿਸੇ 'ਚ ਇੰਨੀ ਸ਼ਕਤੀ ਨਹੀਂ ਹੈਗੀ। ਮਾਂ ਕਹਿ ਸਕਦੀ ਹੈ ਨਾ, ਲਾਲ ਜੀ ਆਹ ਕੰਮ ਇੰਜ ਨਹੀਂ ਇੰਜ ਕਰ ਲਈਏ। ਮਾਮਾ ਜੀ ਕਹਿੰਦੇ ਵੀ ਮੈਂ ਤੇ ਨਹੀਂ ਕਹਿਣਾ ਮਹਾਰਾਜ ਨੂੰ, ਮੈਂ ਕਿਉਂ ਕਹਾਂ, ਮਾਲਕ ਨੇ ਸਾਡੇ, ਤੁਸੀਂ ਕਹਿ ਲਵੋ। ਦੋਹਰਾ ਉੱਠੇ ਪ੍ਰਾਤ ਕੋ ਸਤਿਗੁਰੂ। ਠਾਨੇ ਸੌਚ ਇਸ਼ਨਾਨ। ਗਰੀਬ ਨਵਾਜ ਸੱਚੇ ਪਾਤਸ਼ਾਹ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠੇ, ਸੌਚ ਇਸ਼ਨਾਨ ਕੀਤਾ, ਭਜਨ ਬੰਦਗੀ ਕੀਤੀ। ਪ੍ਰਥਮ ਗਏ ਮਾਤਾ ਨਿਕਟ। ਬੈਠੇ ਬੰਧਨ ਠਾਨ। ਵਾਹ ਵਾਹ, ਆਖੋ ਵਾਹਿਗੁਰੂ। ਹੁਣ ਬਚਨ ਤੇ ਬੜੀ ਸਿੱਖਿਆ ਵਾਲਾ ਜੀ। ਮਹਾਰਾਜ
ਹਰ ਰੋਜ਼ ਆਪਣੇ ਮਾਤਾ ਜੀ ਦੇ ਕੋਲ ਜਾ ਕੇ ਨਮਸਕਾਰ ਕਰਕੇ ਆਸ਼ੀਰਵਾਦ ਲੈਂਦੇ ਆ ਜੀ। ਜੇ ਗੁਰੂ ਸਾਹਿਬ ਮਾਂ ਦਾ ਇੰਨਾ ਸਤਿਕਾਰ ਕਰ ਰਹੇ ਆ ਆਪਣੀ ਮਾਤਾ ਦਾ, ਤੇ ਸਾਨੂੰ ਕਿੰਨਾ ਕਰਨਾ ਚਾਹੀਦਾ ਜੀ? ਸਾਨੂੰ ਕਿੰਨਾ ਕਰਨਾ ਚਾਹੀਦਾ ਜੀ? ਮਹਾਰਾਜ ਜੀ ਪ੍ਰਥਮ ਗਏ ਮਾਤਾ ਨਿਕਟ ਬੈਠੇ ਬੰਧਨ ਠਾਨ। ਸਭ ਤੋਂ ਪਹਿਲਾਂ ਮਾਤਾ ਜੀ ਦੇ ਕੋਲ ਗਏ ਆ, ਮੱਥਾ ਟੇਕਿਆ ਤੇ ਲਾਗੇ ਬੈਠ ਗਏ। ਚੌਪਈ ਦੇ ਆਸ਼ਿਕ ਕੋ ਪ੍ਰੇਮ ਕਰੰਤੀ। ਮਾਤਾ ਗੁਜਰੀ ਜੀ ਨੇ ਪ੍ਰੇਮ ਕੀਤਾ, ਆਸ਼ੀਰਵਾਦ ਦਿੱਤਾ ਜੀ। ਪਿਖ ਸਪੂਤ ਕੋ ਉਰ ਹਰਖੰਤੀ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਾਤਾ ਜੀ ਦਾ ਮਨ ਬੜੇ ਆਨੰਦ ਵਿੱਚ ਹੋ ਗਿਆ ਜੀ, ਬੜਾ ਆਨੰਦ ਵਧਿਆ ਮਾਤਾ ਜੀ ਨੂੰ। ਹਿਤ ਸਮਝਾਵਨ ਕਹਿ ਮ੍ਰਿਦ ਬਾਣੀ। ਇੱਕ ਪੁੱਤਰਾ ਮਨ ਪ੍ਰੀਤ ਮਹਾਨੀ। ਪਰ ਉਹ ਮਨ 'ਚ ਸ਼ੰਕਾ ਵਾੜ ਗਏ ਸੀ ਨਾ, ਮਸੰਦ। ਆਖੋ ਵਾਹਿਗੁਰੂ ਵਾਹਿਗੁਰੂ। ਉਹ ਮਸੰਦਾਂ ਨੇ ਸ਼ੰਕਾ ਵਾੜ ਦਿੱਤੀ ਸੀਗੀ, ਤੇ ਸ਼ੰਕਾ ਟਿਕਣ ਨਹੀਂ ਦਿੰਦੀ ਬੰਦੇ ਨੂੰ। ਮਾਤਾ ਜੀ ਨਾ ਸਮਝਾਉਣ ਵਾਸਤੇ ਕਹਿਣ ਲੱਗ ਪਏ ਜੀ। ਕਹਿਣ ਲੱਗੇ ਇੱਕ ਪੁੱਤਰਾ ਮਨ ਪ੍ਰੀਤ ਮਹਾਨੀ। ਕਹਿੰਦੇ ਤੁਸੀਂ ਮੇਰੇ ਇੱਕੋ ਇੱਕ ਪੁੱਤਰ 'ਚ, ਤੇ ਮੈਨੂੰ ਤੇ ਪਿਆਰ ਹੀ ਬੜਾ ਤੁਹਾਡੇ ਨਾਲ। ਹਾਂਜੀ। ਜਿਨ ਬੈਠੇ ਭੀ ਵੱਡ ਵਡਿਆਈ। ਗੁਰਤਾ ਗਾਦੀ ਅਧਿਕ ਸੁਹਾਈ। ਬੇ ਵੱਡੀ ਤੋਂ ਵੱਡੀ ਵਡਿਆਈ ਗੁਰਤਾ ਗੱਦੀ ਉੱਤੇ ਬੈਠਣ ਨਾਲ ਪ੍ਰਾਪਤ ਹੁੰਦੀ ਹੈ, ਤੇ ਉਹ ਵਡਿਆਈ ਤੁਹਾਡੇ ਕੋਲ ਹੈਗੀ ਹੈ। ਹਾਂਜੀ। ਸੁਨੀਐ ਹੈ ਸੁਤ ਐਸੇ ਨਹਿ ਕਰੋ। ਜਿਸ ਤੇ ਸੈਲ ਪਤਨ ਸੋ ਲਰੋ। ਪਰ ਮਾਤਾ ਜੀ ਕਹਿਣ ਲੱਗੇ ਲਾਲ ਜੀ ਬੇਨਤੀ ਹੈ, ਅੰਤਰਜਾਮੀ ਗੁਰੂ ਜੀ ਜਾਣਗੇ। ਆਖੋ ਵਾਹਿਗੁਰੂ। ਵੀ ਮਸੰਦ ਸ਼ੰਕਾ ਪਾ ਗਏ ਆ। ਭਾਈ ਮਹਾਰਾਜ ਮਾਤਾ ਜੀ ਨੂੰ ਕਹਿੰਦੇ ਵੀ ਦੱਸੋ। ਕੋਈ ਨਹੀਂ ਮਾਤਾ ਜੀ ਦੱਸੋ ਕੀ ਹੁਕਮ ਹੈ। ਮਾਤਾ ਜੀ ਕਹਿਣ ਲੱਗੇ ਵੀ ਲਾਲ ਜੀ ਇਸ ਤਰ੍ਹਾਂ ਨਾ ਕਰੋ। ਹਾਂਜੀ। ਰਾਖੀ ਸੈਨ ਨਾ ਅਚਰਜ ਕੋਈ। ਤੁਸੀਂ ਸੈਨਾ ਰੱਖੀ ਹੈ, ਫੌਜ ਰੱਖੀ ਹੈ, ਕੋਈ ਗੱਲ ਨਹੀਂ ਕਹਿੰਦੇ, ਤੁਸੀਂ ਫੌਜ ਰੱਖੀ ਹੈ। ਕਰੋ ਅਖੇਰ ਜਥਾ ਮਨ ਹੋਈ। ਜਿਵੇਂ ਤੁਹਾਡੇ ਮਨ ਵਿੱਚ ਆਉਂਦਾ ਤੁਸੀਂ ਉਵੇਂ ਕਰੋ। ਸ਼ਿਕਾਰ ਤੇ ਜਾਓ, ਸ਼ਿਕਾਰ ਖੇਡੋ ਫੌਜਾਂ ਦੇ ਨਾਲ। ਤੁਮ ਜਗ ਪੂਜ ਵਿਰੋਧ ਨਾ ਕਰੀਐ ਹੈ। ਕਿਉਂਕਿ ਤੁਸੀਂ ਤੇ ਪੂਜ ਨਹੀਂ ਕੋ, ਤੁਹਾਡਾ ਵਿਰੋਧ ਨਹੀਂ ਬਣਦਾ। ਹਾਂਜੀ। ਚਾਹੋਂ ਦਿਸ਼ ਸੰਗਤ ਆਪਨ ਵਿਚਰੀਐ ਹੈ। ਤੇ ਚਾਰੇ ਪਾਸੇ ਦੇਸ਼ ਵਿਦੇਸ਼ ਵਿੱਚ ਤੁਹਾਡੀਆਂ ਹੀ ਸੰਗਤਾਂ ਨੇ ਸਾਰੀਆਂ। ਮੈਂ ਅਬ ਸੁਨਿਓ ਬਣਾਏ ਨਗਾਰਾ। ਪਰ ਲਾਲ ਜੀ ਮੈਂ ਸੁਣਿਆ ਆ ਵੀ ਆਪ ਜੀ ਨੇ ਨਗਾਰਾ ਬਣਵਾਇਆ ਵਾ। ਹਾਂਜੀ। ਚਾਹਤ ਬਜਾਇਓ ਸੈਨ ਮਝਾਰਾ। ਤੇ ਫੌਜਾਂ ਇਕੱਠੀਆਂ ਕਰਕੇ ਤੁਸਾਂ ਨੇ ਉਹ ਨਗਾਰਾ ਵੀ ਵਜਵਾਇਆ ਕਰਨਾ। ਹਾਂਜੀ। ਇਸ ਤੇ ਔਚਕ ਉੱਠ ਹੈ ਉਪਦਰਵ। ਲਾਲ ਜੀ ਇਹਦੇ ਨਾਲ ਬੜੀਆਂ ਮੁਸ਼ਕਲਾਂ ਪੈਦਾ ਹੋਣੀਆਂ ਨੇ। ਹਾਂਜੀ। ਬਸ ਹੋ ਸ਼ਾਂਤ ਜੁਤ ਤੀਰ ਸਤ ਦਰਵ। ਆਪਾਂ ਇਹ ਸਤਲੁਜ ਦੇ ਕੰਢੇ ਬੈਠੇ ਆ, ਸ਼ਾਂਤੀ ਦੇ ਨਾਲ ਬੈਠੀਏ, ਪ੍ਰੇਮ ਨਾਲ ਬੈਠੀਏ। ਆਖੋ ਵਾਹਿਗੁਰੂ। ਹੁਣ ਕੌਣ ਦੱਸੇ ਮਾਤਾ ਜੀ ਇਹ ਸ਼ਾਂਤੀ ਨਾਲ ਬਹਿਣ ਥੋੜੀ ਆਏ ਨੇ ਵੀ ਸ਼ਾਂਤੀ ਨਾਲ ਬਹਿ ਜਾਣ। ਨਹੀਂ, ਇਹ ਤਾਂ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ, ਪੰਥ ਨੂੰ ਸਾਜਣ ਵਾਸਤੇ ਆਏ ਨੇ। ਉਹ ਹੁਣ ਕੰਮ ਤੇ ਆਰੰਭਣਾ ਹੈ ਨਾ। ਮਾਤਾ ਜੀ ਕਹਿੰਦੇ ਆਪਾਂ ਸ਼ਾਂਤੀ ਨਾਲ ਬਹਿਨੇ ਆ ਇੱਥੇ। ਹਾਂਜੀ। ਨਹਿ ਆਛੋ ਜੋ ਪਰ ਹੈ ਬਖੇਰਾ। ਵੀ ਇਹ ਚੰਗੀ ਗੱਲ ਥੋੜੀ ਹੈ ਵੀ ਕੋਈ ਜੰਗ ਜੁੱਧ ਨਵਾਂ ਸ਼ੁਰੂ ਕਰ ਲਈਏ। ਵਧਤ ਵਧਤ ਹੋਏ ਕਸ਼ਟ ਵਡੇਰਾ। ਉਹ ਫਿਰ ਗੱਲ ਵੱਧਦਿਆਂ ਵੱਧ ਜਾਂਦੀ ਹੈ। ਵੱਡੇ ਗੁਰਨ ਜਬ ਜੰਗ ਮਚਾਏ। ਕਹਿਣ ਲੱਗੇ ਲਾਲ ਜੀ ਜਦੋਂ ਵੱਡੇ ਸਤਿਗੁਰਾਂ ਨੇ ਜੰਗ ਕੀਤੇ ਸੀ ਨਾ, ਛੇਵੇਂ ਪਾਤਸ਼ਾਹ ਨੇ, ਤਿਆਗ ਸੁਧਾਸਰ ਕੋ ਨਿਕਸਾਏ। ਤੇ ਫਿਰ ਅੰਮ੍ਰਿਤਸਰ ਛੱਡਣਾ ਪਿਆ ਸੀ। ਆਖੋ ਵਾਹਿਗੁਰੂ। ਮਹਾਰਾਜ ਤੇ ਅੱਜ ਵੀ ਅੰਮ੍ਰਿਤਸਰ ਹੀ ਨੇ, ਅਕਾਲ ਤਖਤ ਸਾਹਿਬ। ਇਹ ਤਾਂ ਮਸੰਦਾਂ ਨੇ ਗੱਲਾਂ ਬਣਾਈਆਂ ਜੀ, ਮਸੰਦਾਂ ਦੀਆਂ ਗੱਲਾਂ ਨੇ। ਮਹਾਰਾਜ ਤੇ ਆਪਣੀ ਇੱਛਾ ਦੇ ਨਾਲ ਕਈ ਥਾਵਾਂ ਦੇ ਉੱਤੇ ਵਿਚਰੇ ਜੀ। ਹਾਂਜੀ।
ਪਾਤਸ਼ਾਹ ਮਹਿਪਾਲ ਅਸ਼ੇਸ਼, ਰਾਜ ਤਿਨਹੋਂ ਢਿਗ ਦੇਸ਼ ਵਿਸ਼ੇਸ਼। ਵੀ ਬਾਦਸ਼ਾਹ ਦੇ ਅਧੀਨ ਨੇ ਸਾਰੇ ਰਾਜੇ। ਇਹ ਲਾਗੇ ਲਾਗੇ ਕਿੰਨੇ ਰਾਜੇ ਆ, ਇਹ ਸਭ ਬਾਦਸ਼ਾਹ ਦੇ ਅਧੀਨ ਨੇ। ਹਾਂਜੀ, ਕਰਬੇ ਕੋ ਸਮਰੱਥ ਸਭ ਭਾਂਤੀ। ਉਹ ਫਿਰ ਸਾਰਾ ਕੁਝ ਕਰ ਸਕਦੇ ਆ, ਸਰਕਾਰ ਹੈ ਉਹਨਾਂ ਦੀ। ਹਾਂਜੀ, ਕੋਏ ਮੀਤ ਕੋ ਬਨਹਿ ਆਰਾਤੀ। ਤੇ ਕੋਈ ਉਹਨਾਂ ਦਾ ਮਿੱਤਰ ਬਣੇ, ਕੋਈ ਉਹਨਾਂ ਦਾ ਵੈਰੀ ਬਣੇ। ਤੇ ਜਿਹੜਾ ਮਿੱਤਰ ਬਣਦਾ ਉਹਦੇ ਨਾਲ ਮਿੱਤਰਤਾ ਕਰਦੇ ਆ, ਵੈਰੀਆਂ ਨਾਲ ਵੈਰਪੁਣਾ ਕਰਦੇ। ਆਖੋ ਵਾਹਿਗੁਰੂ। ਤੇ ਸੱਚੇ ਪਾਤਸ਼ਾਹ ਨਾ ਧਿਆਨ ਨੀਵਾਂ ਕਰਕੇ ਮਾਤਾ ਜੀ ਦੀਆਂ ਸਾਰੀਆਂ ਗੱਲਾਂ ਸੁਣਾਉਂਦੇ ਆ। ਅਸਲ 'ਚ ਉਹ ਮਾਤਾ ਜੀ ਥੋੜ੍ਹੀ ਬੋਲ ਰਹੇ ਜੀ, ਉਹ ਮਸੰਦ ਬੋਲ ਰਹੇ ਜੀ, ਮਸੰਦ ਬੋਲ ਰਹੇ ਜੀ। ਮਹਾਰਾਜ ਗੱਲਾਂ ਸੁਣੀ ਜਾਣ, ਸਹਿਜੇ ਸਹਿਜੇ ਅੰਦਰ ਅੰਦਰ ਮੁਸਕਰਾਈ ਜਾਣ। ਹਾਂਜੀ, ਸੁਨਿਓ ਸ਼ਰੋਨ ਆਇਓ ਅਬ ਨੇਰੇ। ਮਾਤਾ ਜੀ ਕਹਿੰਦੇ ਵੀ ਮੈਂ ਸੁਣਿਆ ਆ ਭੀਮ ਚੰਦ ਨੇੜੇ ਆ ਗਿਆ ਵਾ, ਲਾਗੇ ਆਇਆ ਵਾ। ਭੀਮ ਚੰਦ ਮਹਿਪਾਲ ਵਡੇਰੇ। ਬੜਾ ਵੱਡਾ ਰਾਜਾ, ਇੱਥੋਂ ਦੇ ਪਹਾੜੀ ਰਾਜਿਆਂ ਦਾ ਮੁਖੀ ਆ ਭੀਮ ਚੰਦ। ਧੁਨ ਦੁੰਧਬ ਕੀ ਸਹਿ ਨ ਸਕਾਈ। ਤੇ ਮੈਂ ਇਹ ਸੁਣਿਆ ਵੀ ਜਦੋਂ ਨਗਾਰਾ ਵੱਜਣਾ ਤੇ ਨਗਾਰੇ ਦੀ ਆਵਾਜ਼ ਨੂੰ ਭੀਮ ਚੰਦ ਸਹਿਣ ਨਹੀਂ ਕਰੇਗਾ। ਨਾਹਕ ਬੀਚ ਬੈਰ ਪਰ ਜਾਈ। ਖਾਮ ਖਾਈ ਵੈਰ ਪੈਦਾ ਹੋ ਜਾਣਾ ਸਾਡਾ ਭੀਮ ਚੰਦ ਦੇ ਨਾਲ। ਮਹਾਰਾਜ ਫਿਰ ਚੁੱਪ ਕਰਕੇ ਮੁਸਕਰਾਉਂਦੇ ਰਹੇ ਜੀ। ਹਾਂਜੀ, ਆਪਨ ਪੌਰ ਨੌਬਤ ਬਜਵਾਵੋ। ਵੀ ਇੱਥੇ ਨੌਬਤ ਵੱਜੇ, ਸਾਜ ਵੱਜਣ, ਕੀਰਤਨ ਹੋਵੇ, ਚੜ ਕਰ ਨਹਿ ਧੌਂਸਾ ਗਜਰਾਵੋ। ਪਰ ਲਾਲ ਜੀ ਰੋਜ਼ ਸ਼ਿਕਾਰ ਤੇ ਜਾਣਾ, ਨਗਾਰੇ ਨਾ ਵਜਾਇਓ। ਮਹਾਰਾਜ ਚੁੱਪ ਕਰਕੇ ਸੁਣ ਰਹੇ, ਪਤਾ ਵੀ ਇਹ ਮਸੰਦ ਹੀ ਬੋਲ ਰਹੇ ਮਾਤਾ ਜੀ ਦੇ ਵਿੱਚ। ਹਾਂਜੀ, ਜੋ ਦੇਸ਼ਨ ਕੇ ਏਸ਼ ਵਿਸਾਲੇ, ਸਮਤਾ ਪੁਜ ਹੈ ਨਹੀਂ ਤਿਨ ਨਾਲੇ। ਵੀ ਇਹ ਰਾਜਿਆਂ ਮਹਾਰਾਜਿਆਂ ਦਾ ਕੰਮ ਹੈ ਤੇ ਆਪਾਂ ਬਰਾਬਰੀ ਨਾ ਕਰੀਏ ਉਹਨਾਂ ਦੀ। ਲਰਨ ਬਿਖੈ ਸੁਖ ਪਈਅਤ ਨਾਹੀ, ਸਦਾ ਬਿਖਾਦ ਹੋਤ ਜਿਸ ਮਾਹੀ। ਮੇਰ ਇਸ ਕੰਮ ਵਿੱਚ ਤਾਂ ਬੜੇ ਝਗੜੇ ਐ, ਬੜੇ ਫਸਾਦ ਨੇ। ਜਦੋਂ ਮਾਤਾ ਜੀ ਲਗਾਤਾਰ ਹੀ ਬੋਲਦੇ ਗਏ ਨਾ, ਹੁਣ ਲੱਕ ਸਿੱਧੇ ਕਰਿਓ ਜਰਾ, ਸਾਵਧਾਨ ਹੋਇਓ। ਹੁਣ ਫਿਰ ਮਹਾਰਾਜ ਦੇ ਬਚਨ ਸੁਣੋ। ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਫਿਰ ਆਖੋ ਗੱਜ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਹਾਂਜੀ, ਜਨਨੀ ਤੇ ਸੁਨ ਕਰ ਤਿਹ ਸਮੈ। ਆਪਣੇ ਮਾਤਾ ਜੀ ਤੋਂ ਇਹ ਸਾਰੀਆਂ ਗੱਲਾਂ ਮਸੰਦਾਂ ਦੀਆਂ ਸੁਣ ਕੇ ਕਹਿਓ ਕਿਸੀ ਕੋ ਤਰਾਸ ਨਾ ਹਮੈ। ਮਹਾਰਾਜ ਗਰੀਬ ਨਵਾਜ ਮਾਤਾ ਜੀ ਦੇ ਸਾਹਮਣੇ ਵੀਰ ਰਸ ਵਿੱਚ ਕਹਿਣ ਲੱਗੇ, ਮਾਤਾ ਜੀ ਸਾਨੂੰ ਕਿਸੇ ਦਾ ਵੀ ਡਰ ਨਹੀਂ ਹੈਗਾ। ਕਹਿਣ ਲੱਗੇ ਅਸੀਂ ਨਹੀਂ ਡਰਦੇ। ਹਾਂਜੀ, ਕਰ ਹੈ ਬਜਾਵਨ ਆਪ ਨਗਾਰਾ। ਮਹਾਰਾਜ ਕਹਿਣ ਲੱਗੇ ਅਸੀਂ ਤਾਂ ਆਪ ਨਗਾਰਾ ਵਜਾਵਾਂਗੇ, ਸਿੱਖਾਂ ਕੋਲੋਂ ਤੇ ਵਜਵਾਉਣਾ ਹੀ ਹੈ, ਅਸੀਂ ਤਾਂ ਆਪ ਵੀ ਨਗਾਰਾ ਵਜਾਵਾਂਗੇ। ਕਹਿਣ ਲੱਗੇ ਖੇਲ ਹੈ ਕਾਨਨ ਬਿਖੈ ਸ਼ਿਕਾਰਾ। ਜੰਗਲਾਂ ਵਿੱਚ ਵੀ ਜਾਵਾਂਗੇ ਤੇ ਸ਼ਿਕਾਰ ਵੀ ਖੇਡਾਂਗੇ। ਰਾਜ ਨਾ ਛੀਨ ਹੈ ਹਮ ਕਿਸ ਕੇਰਾ। ਪਰ ਅਸੀਂ ਕਿਸੇ ਦਾ ਰਾਜ ਨਹੀਂ ਖੋਵਾਂਗੇ। ਨਗਾਰਾ ਵੀ ਵਜਾਵਾਂਗੇ, ਜੰਗਲਾਂ 'ਚ ਵੀ ਜਾਵਾਂਗੇ, ਪਰ ਰਾਜ ਨਹੀਂ ਖੋਵਾਂਗੇ। ਕਿਉਂ ਵਿਰੋਧ ਕੋ ਰਚੈ ਬਡੇਰਾ। ਤੇ ਕੋਈ ਸਾਡਾ ਵਿਰੋਧ ਕਿਉਂ ਕਰੇਗਾ? ਵੀ ਅਸੀਂ ਕਿਹੜਾ ਕਿਸੇ ਦਾ ਰਾਜ ਖੋਣਾ ਹੈ। ਆਪਣੋ ਦੇਸ਼ ਗ੍ਰਾਮ ਢਿੱਗ ਰਾਖੇ। ਮਹਾਰਾਜ ਕਹਿਣ ਲੱਗੇ ਅਸੀਂ ਤਾਂ ਕਿਸੇ ਨੂੰ ਕੀ ਕਹਿਣਾ, ਕੋਈ ਆਪਣਾ ਦੇਸ਼ ਰੱਖੇ, ਪਿੰਡ ਰੱਖੇ। ਬਿਨਾ ਹੇਤ ਕਿਮਰਨ ਅਬਿਲਾਖੇ। ਵੀ ਅਸੀਂ ਕਹਿਣਾ ਹੀ ਕਿਸੇ ਨੂੰ ਕੁਛ ਨਹੀਂ, ਤੋ ਜੰਗ ਕਿਉਂ ਕਰਨਗੇ ਸਾਡੇ ਨਾਲ। ਜੇਕਰ ਨਿਜ ਬਲ ਧਰ ਗਰਬਾਵੈ। ਪਰ ਮਾਤਾ ਜੀ ਇੱਕ ਗੱਲ ਹੋਰ ਹੈ, ਜੇ ਕੋਈ ਆਪਣਾ ਬਲ ਵਿਖਾਵੇ, ਜੇ ਕੋਈ ਕਵੇ ਵੀ ਮੇਰੇ 'ਚ ਬੜੀ ਸ਼ਕਤੀ ਆ, ਹੰਕਾਰ ਵਿਖਾਵੇ, ਬਿਨ ਕਾਰਨ ਹੀ ਬੈਰ ਵਧਾਵੈ। ਤੇ ਬਿਨਾਂ ਕਿਸੇ ਗੱਲ ਤੋਂ ਐਵੇਂ ਹੀ ਸਾਡੇ ਨਾਲ ਵੈਰ ਕਰੀ ਜਾਵੇ, ਤਉ ਹਮ ਕਹਾਂ ਕਰਹਿ ਘਰ ਪਰੇ। ਤੇ ਮਹਾਰਾਜ ਕਹਿਣ ਲੱਗੇ ਫਿਰ ਆਪਾਂ ਕੀ ਕਰੀਏ ਜੇ ਅਗਲਾ ਆ ਕੇ ਆਪੇ ਹੀ ਗਲ ਪੈ ਜਾਵੇ ਸਾਡੇ। ਆਖੋ ਵਾਹਿਗੁਰੂ। ਵੀ ਜੇ ਅਗਲਾ ਆਪੇ ਹੀ ਆ ਕੇ ਸਾਡੇ ਗਲ ਪੈ ਜਾਵੇ, ਸਾਰਹਿ ਕਾਜ ਜਥਾ ਜਬ ਸਰੈ। ਫਿਰ ਤਾਂ ਜਿਵੇਂ ਕੰਮ ਸਰੇਗਾ ਉਵੇਂ ਸਾਰਾਂਗੇ। ਕਹਿਣ ਲੱਗੇ
ਆਪ ਮਾਤਾ ਜੀ ਤੁਹਾਨੂੰ ਬਚਨ ਕਰਦੇ ਆ, ਅਸੀਂ ਕਦੀ ਆਪ ਪਹਿਲ ਨਹੀਂ ਕਰਾਂਗੇ। ਹਾਂਜੀ। ਦੇਸ਼ ਰਾਜ ਕੋ ਧਰਹਿ ਗਰੂਰ, ਹਾਂਜੀ। ਕਰਤਾ ਪੁਰਖ ਕਰਹਿ ਤਿਸ ਦੂਰ। ਜਿਹੜੇ ਦੇਸ਼ ਦਾ ਰਾਜ ਭਾਗ ਦਾ ਘਮੰਡ ਕਰਨਗੇ ਨਾ, ਤੇ ਮਾਤਾ ਜੀ ਫਿਰ ਕਰਤਾ ਪੁਰਖ ਵਾਹਿਗੁਰੂ ਆਪੇ ਉਹਨਾਂ ਦਾ ਘਮੰਡ ਚੂਰ ਚੂਰ ਕਰ ਦੇਗਾ। ਕਰ ਦਿੰਦਾ ਪਰਮੇਸ਼ਰ, ਟਾਈਮ ਭਾਵੇਂ ਲੱਗਦੇ ਪਰ ਰੱਬ ਘਮੰਡ ਨੂੰ ਚੂਰ ਚੂਰ ਕਰ ਦਿੰਦਾ ਜੀ। ਭੀਮ ਚੰਦ ਨ੍ਰਿਪ ਨਿਕਟ ਬਤਾਵਹੁ, ਇਮ ਕਹਿ ਮੋਕਹੁ ਬਹੁ ਡਰਾਵੋ। ਆਖੋ ਸ੍ਰੀ ਵਾਹਿਗੁਰੂ। ਫਿਰ ਮਹਾਰਾਜ ਕਹਿਣ ਲੱਗੇ ਵੀ ਭੀਮ ਚੰਦ ਦੇ ਬਾਰੇ ਤੁਸੀਂ ਕਹਿ ਰਹੇ ਵੀ ਉਹ ਨੇੜੇ ਹੈ, ਸਾਨੂੰ ਡਰਾ ਰਹੇ ਜੇ ਕਹਿਣ ਲੱਗੇ। ਹਾਂਜੀ। ਜਥਾ ਬਾਲ ਕੋ ਤਰਾਸ ਉਪਾਵੈ, ਹਾਊ ਬੈਠਿਓ ਬੋਲ ਸੁਣਾਵੈ। ਵੀ ਜਿਵੇਂ ਬੱਚੇ ਨੂੰ ਕਹੀਦਾ ਹੈ ਨਾ ਵੀ ਉਹ ਹਊਆ ਬੈਠਾ ਉੱਥੇ, ਆਖੋ ਵਾਹਿਗੁਰੂ। ਹਊਆ ਤੇ ਚੀਜ਼ ਹੀ ਕੋਈ ਨਹੀਂ ਹੁੰਦੀ ਜੀ, ਪਰ ਉਹਨੂੰ ਕਹਿੰਦਾ ਉਹ ਹਊਆ ਹੈਗਾ ਉੱਥੇ, ਤੇ ਬੱਚਾ ਵਿਚਾਰਾ ਮੰਨ ਜਾਂਦਾ ਵੀ ਪਤਾ ਨਹੀਂ ਕਿਹੜੀ ਚੀਜ਼ ਹੈਗੀ ਆ ਉੱਥੇ। ਹਾਂਜੀ। ਹਊਆ ਬਣਾ ਦੇਣਾ ਜੀ, ਹਊਆ। ਐਵੇਂ ਹੀ ਮਹਾਰਾਜ ਕਹਿਣ ਲੱਗੇ ਤੁਸੀਂ ਤਾਂ ਇੰਝ ਕਹਿ ਰਹੇ ਤੇ ਜਿਵੇਂ ਅਸੀਂ ਬੱਚੇ ਹੁੰਨੇ ਵੀ ਉਹ ਹਊਆ ਆ ਭੀਮ ਚੰਦ। ਹਾਂਜੀ। ਹਮ ਰਹਿ ਤਿਮ ਗਿਰਪਤ ਜਿਮ ਹਮਸੋ। ਮਹਾਰਾਜ ਕਹਿਣ ਲੱਗੇ ਮਾਤਾ ਜੀ ਅਸੀਂ ਉਵੇਂ ਹੀ ਰਵਾਂਗੇ ਜਿਵੇਂ ਪਹਾੜੀ ਸਾਡੇ ਨਾਲ ਰਹਿਣਗੇ। ਕਹਿਣ ਲੱਗੇ ਇਹ ਪਹਾੜੀ ਰਾਜੇ ਜਿਵੇਂ ਸਾਡੇ ਨਾਲ ਰਹਿਣਗੇ ਉਵੇਂ ਰਹਾਂਗੇ। ਬਿਖਮ ਬਿਖਮ ਸੋ ਸਮ ਹੋਏ ਸਮ ਸੋ। ਮਹਾਰਾਜ ਕਹਿਣ ਲੱਗੇ ਬਿਖਮ ਬਿਖਮ ਸੋ ਸਮ ਹੋਏ ਸਮ ਸੋ। ਜਿਹੜਾ ਔਖਾ ਚੱਲੇਗਾ ਉਹਦੇ ਨਾਲ ਅਸੀਂ ਵੀ ਔਖੇ ਚੱਲਾਂਗੇ, ਜਿਹੜਾ ਪ੍ਰੇਮ ਨਾਲ ਰਹੇਗਾ ਉਹਦੇ ਨਾਲ ਅਸੀਂ ਵੀ ਪ੍ਰੇਮ ਕਰਾਂਗੇ। ਕਹਿਣ ਲੱਗੇ। ਹਾਂਜੀ। ਪ੍ਰਥਮ ਵਿਰੋਧ ਨਹੀਂ ਕਿਮ ਕਰੈ, ਪਰ ਪਹਿਲ ਨਹੀਂ ਕਰਾਂਗੇ ਮਾਤਾ ਜੀ, ਅਸੀਂ ਵਿਰੋਧ ਨਹੀਂ ਕਰਾਂਗੇ, ਕੋਈ ਜੋ ਮਰਜ਼ੀ ਕਰੀ ਜਾਵੇ। ਮਿਲਹਿ ਤਾਂ ਮਿਲਹਿ, ਲਰਹਿ ਤਾਂ ਲਰਹਿ। ਤੇ ਜੇ ਕੋਈ ਸਾਡੇ ਨਾਲ ਮਿਲੇਗਾ ਤੇ ਮਾਤਾ ਜੀ ਲੋਕ ਪਰਲੋਕ ਸਵਾਰ ਦਿਆਂਗੇ ਉਹਦਾ। ਜੇ ਮਿਲੇਗਾ ਉਹਦੇ ਨਾਲ ਮਿਲਾਂਗੇ, ਉਹਦੇ ਨਾਲ ਪਿਆਰ ਕਰਾਂਗੇ, ਤੇ ਜੇ ਕੋਈ ਲੜੇਗਾ ਤੇ ਮਾਤਾ ਜੀ ਫਿਰ ਲੜਾਂਗੇ ਵੀ ਉਹਦੇ ਨਾਲ। ਸੂਰਮਿਆਂ ਦੀ ਗਤੀ ਸੂਰਮੇ ਹੀ ਜਾਣਦੇ ਆ, ਕਿਉਂ? ਸੂਰਮੇ ਖਹਿ ਕੇ ਚੱਲਦੇ ਆ। ਹਾਂਜੀ। ਗੁਰ ਕੋ ਘਰ ਆਦਰਸ਼ ਸਮਾਨੂ। ਕਹਿਣ ਲੱਗੇ ਗੁਰੂ ਘਰ ਦਾ ਤਾਂ ਆਦਰਸ਼ ਹੈ ਵੀ ਗੁਰੂ ਘਰ ਸਮਾਨ ਵਰਤਦਾ ਹੈ। ਹਾਂਜੀ। ਸਦਾ ਬਿਮਲ ਤੇ ਬਿਮਲ ਮਹਾਨੂ। ਭਾਵ ਸ਼ੀਸ਼ੇ ਵਰਗਾ ਸ਼ੁੱਧ ਹਿਰਦੇ ਵਾਲਿਆਂ ਦੇ ਨਾਲ ਸਦਾ ਸ਼ੁੱਧ ਹੈ। ਹਾਂਜੀ। ਉਜਲ ਬਦਨ ਭਾਵਨਾ ਜੈਸੇ। ਸਾਧ ਸੰਗਤ ਜੀ ਜਿਵੇਂ ਨਿਰਮਲ ਸ਼ੀਸ਼ਾ ਹੋਵੇ ਸਾਫ ਸੁਥਰਾ, ਤੇ ਸ਼ੀਸ਼ੇ 'ਚ ਜਿਹੋ ਜਿਹਾ ਮੁੱਖ ਲੈ ਕੇ ਜਾਈਏ ਉਹੋ ਜਿਹਾ ਹੀ ਵੇਖਦਾ। ਹਾਂਜੀ। ਕਰਹਿ ਬਿਲੋਕਨ ਫਲ ਕੋ ਤੈਸੇ। ਤੇ ਸ਼ੀਸ਼ਾ ਥੋੜੀ ਕੁਝ ਕਰਦਾ। ਮਹਾਰਾਜ ਕਹਿੰਦੇ ਗੁਰੂ ਘਰ ਤਾਂ ਸ਼ੀਸ਼ਾ ਹੈ। ਸਾਧ ਸੰਗਤ ਜੀ ਇੱਥੇ ਜੋ ਜੋ ਕੋਈ ਬੰਦਾ ਸੋਚਦਾ, ਸਾਧ ਸੰਗਤ ਜੀ ਗੁਰੂ ਘਰ ਜਿਹੋ ਜਿਹੋ ਜਿਹਾ ਮੁੱਖ ਲੈ ਕੇ ਆਉਂਦਾ ਸੱਚੇ ਪਾਤਸ਼ਾਹ ਉਹੋ ਜਿਹਾ ਫਲ ਦਿੰਦੇ ਆ। ਹਾਂਜੀ। ਆਹੋ ਮਾਤ ਜਿਮ ਤੁਮ ਹੋ ਬਖਾਨੇ। ਹੇ ਮਾਤਾ ਜੀ ਜਿਵੇਂ ਤੁਸੀਂ ਸਾਨੂੰ ਕਹਿ ਰਹੇ ਹੋ ਕਿਮ ਹਮ ਛਿਪਹਿ ਸਕਲ ਜਗ ਜਾਣੇ। ਹੁਣ ਸਾਨੂੰ ਸਾਰਾ ਜੱਗ ਜਾਣਦਾ, ਛੁਪ ਕੇ ਕਿਵੇਂ ਰਹੀਏ? ਕਹਿਣ ਲੱਗੇ ਲੁਕ ਕੇ ਕਿਵੇਂ ਬੈਠ ਗਏ? ਸਾਧ ਸੰਗਤ ਜੀ ਸੂਰਜ ਚੜ੍ਹਿਆ ਹੋਵੇ ਤੇ ਸੂਰਜ ਨੂੰ ਕੋਈ ਲੁਕਾ ਥੋੜੀ ਸਕਦਾ ਹੈ। ਨਮੋ ਸੂਰਜ ਸੂਰਜ। ਮਹਾਰਾਜ ਤਾਂ ਸੂਰਜਾਂ ਦੇ ਸੂਰਜ ਨੇ। ਹਾਂਜੀ। ਕਬ ਲਗ ਲਹਿਜ ਦੁੰਧਪ ਬਜਾਵੇ। ਮਹਾਰਾਜ ਕਹਿਣ ਲੱਗੇ ਕਿੰਨਾ ਚਿਰ ਤੱਕ ਅਸੀਂ ਨਗਾਰਾ ਨਹੀਂ ਵਜਾਵਾਂਗੇ। ਹਾਂਜੀ। ਦੁਰ ਕਰ ਨਹਿ ਆਪਾ ਬਿਦਤਾਵੇ। ਜਾਂ ਹੌਲੀ ਹੌਲੀ ਵਜਾਵਾਂਗੇ, ਕਿੰਨਾ ਚਿਰ ਤੱਕ ਲੁਕ ਕੇ ਬੈਠੇ ਰਵਾਂਗੇ? ਵੇਖੋ ਪੰਥ ਸਾਜਣਾ ਪ੍ਰਗਟ ਤਾਂ ਹੋਣਾ ਹੀ ਪੈਣਾ ਹੈ। ਕੱਲ ਵੀ ਬੇਨਤੀ ਕੀਤੀ ਸੀ, ਆਹ ਦਸਤਾਰਾਂ, ਆਹ ਸੁੱਖ, ਇਹ ਆਨੰਦ ਸਭ ਬਾਜਾਂ ਵਾਲੇ ਦੀ ਕਿਰਪਾ ਹੈ ਜੀ। ਹਾਂਜੀ। ਇਮ ਕਹਿ ਕਰ ਜਨਨੀ ਕੇ ਸੰਗ। ਮਹਾਰਾਜ ਨੇ ਫਿਰ ਇਸ ਤਰ੍ਹਾਂ ਸਵੇਰ ਦੇ ਸਮੇਂ ਬਚਨ ਹੋਏ, ਆਪਣੇ ਮਾਤਾ ਜੀ ਨਾਲ ਬਚਨ ਕੀਤਾ। ਬੋਲਤ ਝੂਲਤ ਕਲਗੀ ਤੋਂਗ। ਕਹਿੰਦੇ ਜਦੋਂ ਅੱਜ ਬਚਨ ਕੀਤੇ ਨਾ,
ਵੀ ਜਿਹੜਾ ਪਿਆਰ ਰੱਖੇਗਾ ਪਿਆਰ, ਜਿਹੜਾ ਜੰਗ ਕਰੇਗਾ ਜੰਗ। ਕਹਿੰਦੇ ਉੱਤੇ ਸੀਸ ਤੇ ਕਲਗੀ ਐ ਝੂਲੇ ਪੂਰੀ ਕੇ। ਹਾਂਜੀ, ਉੱਠ ਕਰ ਬਾਹਰ ਵਹਿਰ ਕੋ ਆਏ। ਫਿਰ ਸਤਿਗੁਰੂ ਜੀ ਉੱਥੋਂ ਉੱਠੇ ਤਾਂ ਬਾਹਰ ਆ ਗਏ। ਬ੍ਰਿੰਦ ਹੈ ਬ੍ਰਿੰਦ ਸੁਭਟ ਚੱਲ ਆਏ। ਉਥੇ ਤੇ ਟੋਲਿਆਂ ਦੇ ਟੋਲੇ ਸਿਪਾਹੀ ਆ ਕੇ ਬੈਠੇ ਸੀ। ਸਵੇਰ ਦਾ ਦੀਵਾਨ ਸੱਜਿਆ। ਜਾਏ ਸਭਾ ਕੇ ਸਦਨ ਸੁਹਾਏ। ਹਾਂਜੀ। ਮਿਲੇ ਮਸੰਦ ਸਿੱਖ ਸਮੁਦਾਏ। ਮਹਾਰਾਜ ਗਰੀਬ ਨਵਾਜ ਬੈਠੇ, ਬੜੇ ਮਸੰਦ ਵੀ ਆ ਕੇ ਬੈਠੇ। ਆਖੋ ਵਾਹ। ਉਹ ਜਿਹੜੇ ਸ਼ਿਕਾਇਤਾਂ ਲਾ ਕੇ ਆਏ ਸੀ ਨਾ, ਉਹ ਵੀ ਉੱਥੇ ਬੈਠੇ ਆ ਕੇ। ਉਹ ਵੀ ਆ ਕੇ ਸਭਾ ਵਿੱਚ ਬਹਿ ਕੇ। ਸ਼ਰਧਾ ਵਾਲੇ, ਪ੍ਰੇਮ ਵਾਲੇ ਵੀ ਬਹਿ ਗਏ, ਸਿਪਾਹੀ ਵੀ ਬੈਠ ਗਏ। ਗਰਜਤ ਕਹਿਓ ਵੀਰ ਰਸ ਧਾਮਾ। ਸਤਿਗੁਰੂ ਦਮਦਮਾ ਸਾਹਿਬ ਸਥਾਨ ਤੇ ਬੈਠੇ ਤੇ ਗੱਜ ਕੇ ਵੀਰ ਰਸ ਵਿੱਚ ਸਤਿਗੁਰੂ ਜੀ ਨੇ ਬਚਨ ਕੀਤਾ। ਭਇਓ ਤਿਆਰ ਕਹਿ ਨਹੀਂ ਦਮਾਮਾ। ਮਹਾਰਾਜ ਕਹਿਣ ਲੱਗੇ ਨਗਾਰਾ ਤਿਆਰ ਹੋਇਆ ਕਿ ਨਹੀਂ ਹੋਇਆ? ਹਾਂ। ਡਾਰ ਮਸਾਲੇ ਸੁਰਾ ਮਝਾਰੀ। ਹਾਂਜੀ। ਕਰਹੁ ਰਚਾਵਨ ਗਰਜੈ ਭਾਰੀ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਵਧੀਆ ਤੋਂ ਵਧੀਆ ਮਸਾਲੇ ਵਿੱਚ ਪਾਓ, ਜੋ ਕਰਨਾ ਕਰੋ। ਨਗਾਰਾ ਇੰਨਾ ਵੱਜੇ ਵੀ ਦੂਰ ਦੂਰ ਤੱਕ ਆਵਾਜ਼ ਜਾਵੇ। ਹਾਂਜੀ। ਨਹੀਂ ਦੇਰ ਅਬ ਕੀਜਹਿ ਕੈਸੇ। ਦੇਰ ਕਿਉਂ ਕਰ ਰਹੇ ਹੋ? ਮਹਾਰਾਜ ਕਹਿਣ ਲੱਗੇ। ਉਹ ਵੇਖੋ ਜਿੰਨਾ ਉਹ ਰੋਕਣ ਦੇ ਆ ਨਾ, ਓਨੀ ਛੇਤੀ ਮਹਾਰਾਜ ਕਰਾ ਰਹੇ ਆ ਜੀ। ਹਾਂਜੀ। ਬੜੋ ਅਨਾਏ ਆਨੀ ਇਹ ਤੈਸੇ। ਉਸੇ ਤਰ੍ਹਾਂ ਵੱਡਾ ਨਗਾਰਾ ਬਣਾਓ, ਛੇਤੀ ਬਣਾਵੋ। ਤਬ ਕਿਰਪਾਲ ਮਾਤੁਲ ਬਚ ਕਹਿਓ। ਤੇ ਸਾਧ ਸੰਗਤ ਜੀ, ਮਾਮਾ ਕਿਰਪਾਲ ਚੰਦ ਜੀ ਵੀ ਸਭਾ ਵਿੱਚ ਬੈਠੇ ਆ। ਆਖੋ ਵਾਹਿਗੁਰੂ। ਉਹਨਾਂ ਨੂੰ ਵੀ ਮਾਤਾ ਗੁਜਰੀ ਜੀ ਨੇ ਕਿਹਾ ਸੀ ਵੀ ਸਮਝਾਇਓ। ਸੋ ਉਹ ਸਭਾ ਵਿੱਚ ਬੈਠੇ ਬੇਨਤੀ ਕਰਨ ਲੱਗੇ। ਭੂਤ ਭਵਿੱਖ ਆਪ ਸਭ ਲਹਿਓ। ਸਤਿਗੁਰੂ ਮਹਾਰਾਜ ਬੀਤ ਚੁੱਕਾ ਸਮਾਂ ਵੀ ਤੁਹਾਨੂੰ ਪਤਾ, ਤੇ ਮਹਾਰਾਜ ਆਉਣ ਵਾਲੇ ਸਮੇਂ ਬਾਰੇ ਵੀ ਆਪ ਜੀ ਨੂੰ ਪਤਾ। ਕਹਿਨ ਬਨੇ ਨਹਿ ਰਾਵਰ ਸਾਥ। ਸਤਿਗੁਰੂ ਜੀ ਅਸੀਂ ਆਪ ਜੀ ਨੂੰ ਕੀ ਕਹਿ ਸਕਦੇ ਆ? ਚਾਹੋ ਸੋ ਰਚੋ ਤੁਰਤ ਜਗਨਾਥ। ਜੋ ਚਾਹੋ ਸਤਿਗੁਰੂ ਉਹੋ ਹੀ ਆਪ ਜੀ ਕਰ ਸਕਦੇ ਹੋ। ਤਉ ਮਸੰਦ ਆਦ ਤ੍ਰਿਤ ਹੌਰੇ। ਸ਼੍ਰੀ ਗੁਜਰੀ ਸੰਗ ਕਹਿ ਬਿਦ ਔਰੇ। ਪਰ ਤਉ ਮਸੰਦ ਆਦ ਧ੍ਰਿਤ ਹੌਰੇ। ਆਖੋ ਵਾਹਿਗੁਰੂ। ਮਹਾਰਾਜ ਤੁਸੀਂ ਚਾਹੋ ਤੇ ਹੁਣੇ ਨਗਾਰਾ ਬਣਵਾ ਲਓ, ਤੁਹਾਡੀ ਇੱਛਾ ਹੈ ਮਹਾਰਾਜ। ਪਰ ਬੇਨਤੀ ਹੈ ਵੀ ਕੁਝ ਮਸੰਦ ਨਾ ਆਪ ਜੀ ਦੇ ਮਾਤਾ ਜੀ ਦੇ ਕੋਲ ਗਏ ਸੀਗੇ, ਤੇ ਆਪ ਜੀ ਦੇ ਮਾਤਾ ਜੀ ਨੂੰ ਮਹਾਰਾਜ ਡਰਾਏ ਆ। ਹਾਂਜੀ। ਤਰਸਤ ਵਿਚਾਰਤ ਪੂਰਬ ਜੰਗ। ਤੇ ਮਾਤਾ ਜੀ ਤੇ ਡਰਨ ਦੇ ਆ ਵੀ ਪਹਿਲਾਂ ਵੀ ਜੰਗਾਂ ਹੋਈਆਂ ਨੇ। ਹਾਂਜੀ। ਭਇਓ ਹਜ਼ਾਰਨ ਬੀਰਨ ਭੰਗ। ਨੇ ਹਜ਼ਾਰਾਂ ਸੂਰਬੀਰਾਂ ਦਾ ਨਾਸ਼ ਹੋਇਆ। ਹੁਣ ਕੌਣ ਦੱਸੇ? ਇਹ ਤੇ ਛੇਵੇਂ ਪਾਤਸ਼ਾਹ ਦਾ ਆਪਣਾ ਹੀ ਬਚਨ ਸੀ ਵੀ ਸਾਡੇ ਨਾਲੋਂ 10 ਗੁਣਾ ਵੱਧ ਪ੍ਰਤਾਪ ਹੋਏਗਾ। ਤੇ ਜੇ ਛੇਵੇਂ ਪਾਤਸ਼ਾਹ ਨੇ 4 ਜੰਗਾਂ ਕੀਤੀਆਂ ਤੇ ਬਾਜਾਂ ਵਾਲੇ ਨੇ 14 ਕੀਤੀਆਂ ਜੀ। ਇਹ ਤਾਂ ਪਹਿਲਾਂ ਹੀ ਬਚਨ ਹੋ ਗਏ ਸਾਰੇ, ਕੋਈ ਰੋਕ ਥੋੜੀ ਸਕਦਾ ਜੀ। ਹਾਂਜੀ। ਰਾਵਰ ਕੇ ਸਮੀਪ ਬੜ ਰਾਜਾ। ਭੀਮ ਚੰਦ ਗਨ ਸੈਨ ਸਮਾਜਾ। ਮਾਮਾ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਇੱਥੇ ਲਾਗੇ ਹੀ ਭੀਮ ਚੰਦ ਰਹਿੰਦਾ ਸੱਚੇ ਪਾਤਸ਼ਾਹ। ਨਹੀਂ ਵਿਰੋਧ ਮੇਲ ਨਹਿ ਕੋਈ। ਉਦਾਸੀਨ ਹੀ ਲਖੀਅਤ ਸੋਈ। ਤੇ ਮਹਾਰਾਜ ਸੱਚੇ ਪਾਤਸ਼ਾਹ ਨਾ ਸਾਡਾ ਕੋਈ ਮੇਲਾ ਉਹਦੇ ਨਾਲ, ਤੇ ਨਾ ਕੋਈ ਵਿਰੋਧ ਹੈ ਉਹਦੇ ਨਾਲ। ਇਹ ਸਮਝਿਆ ਜਾ ਸਕਦਾ ਵੀ ਚੁੱਪ ਹੀ ਆ ਇਹਦੇ ਤੇ। ਪਿਆਰ ਵੀ ਨਹੀਂ ਹੈ, ਨਫ਼ਰਤ ਵੀ ਨਹੀਂ ਹੈ, ਦੋਵਾਂ ਪਾਸੇ ਚੁੱਪ ਹੈਗੀ ਹੈ। ਹਾਂਜੀ। ਤਉ ਨੀਤ ਮੈਂ ਐਸੀ ਬਾਤ। ਸਿਆਣੇ ਪੁਰਖ ਭਨੈ ਅਵਦਾਤ। ਪਰ ਮਹਾਰਾਜ ਨੀਤੀ ਇਹ ਕਹਿੰਦੀ ਹੈ, ਸਿਆਣੇ ਲੋਕ ਇਹ ਕਹਿੰਦੇ ਹਨ। ਨਿਕਟ ਭੂਪ ਕੇ ਭੂਪਤ ਜੋਈ। ਮਿਲਿਓ ਦੇਸ਼ ਰਈਅਤ ਜੁਤ ਹੋਈ। ਵੀ ਰਾਜੇ ਦੇ ਲਾਗੇ ਰਾਜਾ ਰਹਿੰਦਾ ਹੋਵੇ ਨਾ, ਕੋਈ ਰਾਜਾ, ਕਹਿੰਦੇ ਰਾਜੇ ਦੇ ਨੇੜੇ ਜਿਹੜਾ ਰਾਜਾ ਹੁੰਦਾ ਪ੍ਰਜਾ ਸਮੇਤ ਹੁੰਦਾ, ਤੇ ਉਹਨਾਂ ਦੀਆਂ ਹੱਦਾਂ ਵੀ ਜੁੜੀਆਂ ਹੁੰਦੀਆਂ ਆਪਸ 'ਚ। ਹਾਂਜੀ। ਸੋ ਆਪਸ ਮਹਿ ਸ਼ਤਰੂ ਬਨੈ। ਤੇ ਜੇ ਉਹ ਜੰਗ ਵਿੱਚ ਵਾਹਿਗੁਰੂ ਵੈਰੀ ਬਣ ਜਾਣ ਇੱਕ ਦੂਜੇ ਦੇ, ਦੋਵੇਂ ਰਾਜੇ, ਕਬ ਹੂੰ ਲਰਨ ਹੋਏ ਰਿਸ ਸਨੈ। ਤੇ ਕਦੀ ਨਾ ਕਦੀ ਤਾਂ ਲੜਾਈ ਹੋਏਗੀ ਹੋਏਗੀ। ਜੇ ਦੋਵਾਂ 'ਚ ਵੈਰ ਹੋਵੇ,
ਤੇ ਕਦੀ ਨਾ ਕਦੀ ਤੇ ਲੜਾਈ ਹੋਏਗੀ ਨਾ ਦੋਵਾਂ 'ਚ। ਹਾਂਜੀ ਤਿਸ ਰਿਪ ਤੇ ਜੋ ਪਰੈ ਮਹਿਪਾਲਾ, ਹਾਂਜੀ। ਸੋ ਕਹੀਐ ਹੈ ਮ੍ਰਿਤ ਵਿਸਾਲਾ। ਤੇ ਜੇ ਮਹਾਰਾਜ ਉਸ ਰਾਜੇ ਤੋਂ ਪਰਾਂ ਇੱਕ ਹੋਰ ਰਾਜਾ ਹੋਵੇ, ਉਹਦੀ ਹੱਦ ਨਾ ਲੱਗਦੀ ਹੋਵੇ ਦੋਵਾਂ ਨਾਲ ਹੀ, ਤੇ ਉਹ ਮਿੱਤਰਤਾ ਰਹਿੰਦੀ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਮਤਲਬ ਮਾਮਾ ਜੀ ਕਹਿ ਰਹੇ ਆ ਵੀ ਨੇੜੇ ਰਹਿਣਾ ਤੇ ਲੜਾਈ ਹੋਣੀ ਹੋਣੀ ਹੈ, ਦੂਰ ਰਹੀਏ ਤੇ ਪਿਆਰ ਰਹਿੰਦਾ ਹੈ। ਉਹਨੂੰ ਮਿੱਤਰ ਕਹਿੰਦੇ ਮਹਾਰਾਜ। ਹਾਂਜੀ। ਤਿਸ ਤੇ ਪਰੈ ਤੀਸਰੋ ਜੋਏ, ਉਦਾਸੀਨ ਰਹਿ ਭਾਖੈ ਸੋਏ। ਵੀ ਇਸ ਕਰਕੇ ਕਹਿੰਦੇ ਵੀ ਉਸ ਤੋਂ ਪਰੇ ਜਿਹੜਾ ਤੀਸਰਾ, ਉਹ ਇੱਕ ਪਾਸੇ ਆਨੰਦ 'ਚ ਰਹਿੰਦਾ, ਸੁਖੀ ਰਹਿੰਦਾ। ਹਾਂਜੀ। ਚੜ੍ਹੈ ਆਪ ਦੁੰਧਪ ਜਬ ਬਾਜੈ। ਪਰ ਮਹਾਰਾਜ ਆਪਾਂ ਤੇ ਵਿੱਚ ਬੈਠੇ ਆ। ਆਖੋ ਆਪਣੇ ਤੇ ਆਸੇ ਪਾਸੇ ਰਾਜੇ ਹੀ ਰਾਜੇ ਆ, ਰਾਜੇ ਹੀ ਰਾਜੇ। ਤੇ ਜਦੋਂ ਆਪ ਜੀ ਚੜੋਗੇ ਤੇ ਨਗਾਰੇ ਵੱਜਣਗੇ, ਚਾਹੁੰਦੇ ਸ਼ਕੇਰ ਸਮੀਪੀ ਰਾਜੇ। ਤੇ ਚਾਰੇ ਪਾਸੇ ਲਾਗੇ ਲਾਗੇ ਮਹਾਰਾਜ ਪਹਾੜੀ ਰਾਜੇ ਰਹਿੰਦੇ ਆ। ਹਾਂਜੀ। ਖੁਨ ਸਹਿ ਜਰਿਓ ਨਾ ਜਾਏ ਪ੍ਰਤਾਪੂ। ਇਹ ਤਾਂ ਸੱਚ ਹੈ ਵੀ ਸਤਿਗੁਰੂ ਤੁਹਾਡਾ ਪ੍ਰਤਾਪ ਬੜਾ ਆ, ਵੀ ਰਾਜਿਆਂ ਦਾ ਵੀ ਪ੍ਰਤਾਪ ਫੇਲ ਹੈ, ਤੇ ਮਹਾਰਾਜ ਉਹਨਾਂ ਨੂੰ ਬੜੀ ਈਰਖਾ ਹੋਣੀ ਹੈ। ਬਿਗੜੈ ਹੈ ਪਰ ਹੈ ਜੰਗ ਭਟ ਖਾਪੂ। ਤੇ ਮਹਾਰਾਜ ਉਹਨਾਂ ਨੇ ਵਿਗੜਨਾ ਹੀ ਵਿਗੜਨਾ, ਤੇ ਜੰਗ ਹੋਣੀ ਹੋਣੀ ਮਹਾਰਾਜ। ਹਾਂਜੀ। ਸੁਨ ਕਿਰਪਾਲ ਤੇ ਸੰਗੋ ਕਹੈ। ਤੇ ਹੁਣ ਮਾਮਾ ਕਿਰਪਾਲ ਚੰਦ ਜੀ ਬੋਲ ਰਹੇ ਆ, ਤੇ ਸਤਿਗੁਰਾਂ ਦੇ ਭਰਾ ਬੀਬੀ ਵੀਰੋ ਜੀ ਦੇ ਪੁੱਤਰ ਬਾਬਾ ਸੰਗੋ ਸ਼ਾਹ ਜੀ, ਉਹਨਾਂ ਬਚਨ ਕੀਤਾ। ਇਮ ਹਮ ਕਿਮ ਛਪ ਕਰ ਜਗ ਰਹੈ। ਕਹਿਣ ਲੱਗੇ ਮਾਮਾ ਜੀ ਕਿੰਨਾ ਕੁ ਚਿਰ ਤੱਕ ਮਹਾਰਾਜ ਲੁਕੇ ਰਹਿਣਗੇ। ਆਖੋ ਵਾਹਿਗੁਰੂ। ਹੁਣ ਉਹ ਵੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਦੋਤਰੇ ਆ, ਕਿਉਂ ਨਾ ਵੀਰ ਰਸੀ ਗੱਲ ਕਰਨ। ਹਾਂਜੀ। ਗੁਰ ਪ੍ਰਤਾਪ ਸਾਗਰ ਲੱਗ ਜਾਏ। ਸਤਿਗੁਰਾਂ ਦਾ ਪ੍ਰਤਾਪ ਤੇ ਜੇ ਸਮੁੰਦਰਾਂ ਤੱਕ ਜਾਣਾ। ਹਾਂਜੀ। ਅਚਲੇਸ਼ਨ ਤੇ ਰੁਕਹਿ ਨਾ ਕਾਏ। ਕਹਿਣ ਲੱਗੇ ਪਹਾੜੀ ਰਾਜੇ ਮਹਾਰਾਜ ਦਾ ਪ੍ਰਤਾਪ ਥੋੜੀ ਰੋਕ ਸਕਦੇ ਆ। ਅੱਜ ਵੀ ਤੁਸੀਂ ਵੇਖੋ ਉੱਥੇ ਬਿਲਾਸਪੁਰ ਹੈ, ਕਟੌਂਚ ਹੈ, ਕਈ ਲਾਗੇ ਲਾਗੇ ਰਿਆਸਤਾਂ ਹੈਗੀਆਂ ਨੇ ਜਿਹੜੀਆਂ ਲਗਭਗ ਖਤਮ ਹੀ ਹੋ ਗਈਆਂ ਨੇ, ਮਾੜਾ ਮੋਟਾ ਨਾਮੋ ਨਿਸ਼ਾਨ ਰਹਿ ਗਿਆ। ਪਰ ਬਾਜਾਂ ਵਾਲੇ ਦਾ ਪ੍ਰਤਾਪ ਤੇ ਅੱਜ ਵੀ ਹੈ ਨਾ ਜੀ, ਜਿਉਂ ਦੀ ਤਿਉਂ ਹੈ ਨਾ। ਹਾਂਜੀ। ਗੁਰ ਘਰ ਸ਼ੰਕਮਾਨ ਨਹਿ ਕਿਸਤੇ। ਕਹਿਣ ਲੱਗੇ ਬਾਬਾ ਸੰਗੋ ਸ਼ਾਹ ਜੀ ਮਾਮਾ ਕਿਰਪਾਲ ਚੰਦ ਜੀ ਨੂੰ ਕਹਿੰਦੇ ਵੀ ਗੁਰੂ ਘਰ ਨੂੰ ਕਾਹਦਾ ਸ਼ੰਕਾ ਹੈ। ਹਾਂਜੀ। ਚਲੇ ਆਏ ਸਿੱਖ ਜਿਸ ਕਿਸ ਦਿਸ਼ ਤੇ। ਇੱਥੇ ਤੇ ਸਮੁੰਦਰਾਂ ਤੱਕ, ਦੂਰੋਂ ਦੂਰੋਂ ਸਮੁੰਦਰਾਂ ਤੋਂ ਪਾਰ ਵੀ ਸਿੱਖਾਂ ਨੇ ਆਇਆ ਕਰਨਾ। ਨਿਕਟ ਮਸੰਦਨ ਸੁਨਤ ਬਖਾਨਾ, ਹਿਰਦੇ ਵਿਚਾਰ ਲਿਹੋ ਬਿਦ ਨਾਨਾ। ਤੇ ਲਾਗੇ ਮਸੰਦ ਵੀ ਸੀਗੇ। ਆਖੋ ਵਾਹਿਗੁਰੂ। ਵਾਹ। ਉਹ ਮਸੰਦ ਜਿਹੜੇ ਮਾਤਾ ਜੀ ਨੂੰ ਸ਼ਿਕਾਇਤ ਲਾ ਕੇ ਆਏ ਸੀ ਵੀ ਨਗਾਰਾ ਨਹੀਂ ਬਣਨਾ ਚਾਹੀਦਾ, ਪਾਸ ਬੈਠੇ ਮਸੰਦਾਂ ਨੂੰ ਸੁਣਾ ਕੇ ਕਿਹਾ ਸੰਗੋ ਸ਼ਾਹ ਜੀ ਨੇ ਵੀ ਹਿਰਦੇ ਵਿਚਾਰ ਲਿਹੋ ਬਿਦ ਨਾਨਾ। ਕਹਿੰਦੇ ਭਾਈ ਇੱਕ ਵਿਚਾਰ ਆਪਣੇ ਮਨ 'ਚ ਪੱਕੀ ਕਰ ਲਵੋ। ਰਿਪ ਕੋ ਆਪਣੇ ਦਲ ਅਰ ਬਲ ਕੋ, ਤੋਲਨ ਕਰ ਲੀਜੈ ਲਖ ਛਲ ਕੋ। ਵੀ ਵੈਰੀ ਨੂੰ ਆਪਣੇ ਦਲ ਅਤੇ ਬਲ ਨਾਲ ਤੋਲੋ, ਤੇ ਉਹਨਾਂ ਦੇ ਛਲ ਨੂੰ ਸਮਝਣਾ ਚਾਹੀਦਾ। ਵੀ ਮਸੰਦਾਂ ਦੀ ਗੱਲ ਕਰਦੇ ਆ ਵੀ ਮਾਮਾ ਜੀ ਵਿਚਾਰ ਕਰ ਲਓ ਵੀ ਇਹਨਾਂ ਦੇ ਛਲ ਨੂੰ ਸਮਝ ਗਏ ਆਪਾਂ। ਹਾਂਜੀ। ਤੁਮ ਜਗ ਪੂਜ ਸ਼ਾਂਤ ਮਤ ਜਾਨੋ, ਦੇਸ਼ਪਤੀ ਨਰੇਸ਼ ਪਛਾਨੋ। ਵੀ ਤੁਸੀਂ ਆਪਣੇ ਆਪ ਨੂੰ ਜਗਤ ਦੇ ਪੂਜਨੀਕ ਸ਼ਾਂਤ ਮਤ ਵਾਲੇ ਜਾਣਦੇ ਹੋ, ਵੀ ਸੱਚੇ ਪਾਤਸ਼ਾਹ ਸ਼ਾਂਤ ਮਤ ਵਾਲੇ ਆ। ਹਾਂਜੀ। ਪੁੰਨ ਤੁਰਕਨ ਕੋ ਜੋਰ ਬਡੇਰਾ, ਚਹੁ ਕੰਟਨ ਕੋ ਰਾਜ ਕਨੇਰਾ। ਪਰ ਇੱਕ ਗੱਲ ਚੇਤਾ ਰੱਖ ਲਿਓ, ਆਪਾਂ ਜਿੰਨਾ ਮਰਜ਼ੀ ਆਖੀਏ ਸ਼ਾਂਤ ਰਹਿਣਾ ਸ਼ਾਂਤ ਰਹਿਣਾ, ਇਹਨਾਂ ਪਹਾੜੀ ਰਾਜਿਆਂ ਦੀ ਸੰਧੀ ਔਰੰਗਜ਼ੇਬ ਦੇ ਨਾਲ ਹੈ, ਇਹਨਾਂ ਸਾਨੂੰ ਤੰਗ ਕਰਨਾ ਹੀ ਕਰਨਾ ਹੈ। ਆਖੋ ਵਾਹ। ਵੀ ਤੁਰਕਾਂ ਦੇ ਨਾਲ ਇਹਨਾਂ ਦਾ ਜ਼ੋਰ ਹੈ, ਇਹਨਾਂ ਦਾ ਪ੍ਰੇਮ ਹੈ, ਉਹਨਾਂ ਦੇ ਨਾਲ ਇਹ ਹਰ ਸਮੇਂ ਰਹਿੰਦੇ ਆ, ਤੇ ਆਪਾਂ ਇਹਨਾਂ ਨੂੰ ਮਿੱਤਰ ਵੀ ਨਹੀਂ ਨਾ ਸਮਝ ਸਕਦੇ। ਕਹਿਣ ਲੱਗੇ
ਅਸੀਂ ਮਿੱਤਰ ਤੇ ਨਹੀਂ ਸਮਝ ਸਕਦੇ। ਹਾਂਜੀ। ਤੁਰਕਨ ਸਾਥ ਕੀਨ ਕਸਮਾਨਾ, ਬਹੁਰ ਬਾਰ ਸੰਗਰ ਕੋਠਾਨਾ। ਕਹਿਣ ਲੱਗੇ ਪੁੰਨ ਸੰਗੋ ਕਰ ਤਮਕ ਬਖਾਨਾ। ਸੰਗੋ ਸ਼ਾਹ ਜੀ ਸਭਾ ਵਿੱਚ ਫਿਰ ਨਾ ਵੀਰ ਰਸ ਚ ਕਹਿਣ ਲੱਗੇ, ਗੁਰੂ ਪਿਤਾਮੋ ਹਮਰੋ ਨਾਨਾ। ਆਖੋ ਵਾਹਿਗੁਰੂ। ਕਹਿੰਦੇ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਦੋਤਰਾ ਆ, ਛੇਵੇਂ ਪਾਤਸ਼ਾਹ ਮੇਰੇ ਨਾਨਾ ਜੀ ਸਨ। ਗੁਰੂ ਪਿਤਾਮੋ ਪਿਤਾਮਾ ਹਮਰੋ ਨਾਨਾ, ਵੀ ਇਹਨਾਂ ਦਾ ਦਾਦਾ ਸਾਡਾ ਨਾਨਾ ਹੈ। ਕਹਿਣ ਲੱਗੇ ਤੁਰਕਨ ਸਾਥ ਕੀਨ ਕਮਸਾਨਾ, ਵੀ ਜਿਨ੍ਹਾਂ ਤੁਰਕਾਂ ਨਾਲ ਇਹਨਾਂ ਨੇ ਸਾਂਝ ਰੱਖੀ ਹੈ ਉਹਨਾਂ ਨਾਲ ਸਾਡਾ ਕਮਸਾਨ ਦਾ ਸ਼ੁਰੂ ਤੋਂ ਕੰਮ ਰਿਹਾ। ਬਹੁਤ ਬਾਰ ਸੰਗਰ ਕੋਠਾਨਾ, ਵੀ ਕਈ ਵਾਰੀ ਸੰਗਰ ਹੋਇਆ, ਕਈ ਵਾਰੀ ਜੰਗ ਹੋਇਆ। ਹਾਂਜੀ। ਜੋ ਤੁਮ ਭਨਹੁ ਬਡੋ ਬਡੇਰੋ, ਹਿਤ ਰਿਪ ਕੀਨ ਲਥੇਰ ਪਥੇਰੋ। ਵੀ ਜਿਨ੍ਹਾਂ ਨੂੰ ਆਪਾਂ ਵੱਡੇ ਵੱਡੇ ਸਮਝਦੇ ਆ ਨਾ, ਸਾਡੇ ਨਾਨਾ ਜੀ ਨੇ ਤੇ ਸਤਿਗੁਰੂ ਜੀ ਦੇ ਦਾਦਾ ਜੀ ਨੇ ਮਿੱਟੀ 'ਚ ਰੋਲ ਦਿੱਤੇ ਸੀਗੇ ਉਹਦੀ। ਆਖੋ ਵਾਹਿਗੁਰੂ। ਲਲਾਂ ਬੇਗ ਬੜਾ ਵੱਡਾ ਸਾਧ ਸੰਗਤ ਜੀ, ਕਹਿੰਦਾ ਕਹਾਉਂਦਾ ਸੂਬੇਦਾਰ ਸੀਗਾ, ਮਿੱਟੀ 'ਚ ਰੋਲਤਾ ਸੀ ਛੇਵੇਂ ਪਾਤਸ਼ਾਹ ਨੇ ਜੀ। ਪਹਿਲਾਂ ਤੋੜਾ ਸੋਨੇ ਦਾ ਟੋਪ ਲਾਇਆ ਜੀ, ਤੀਰ ਮਾਰ ਕੇ ਮਹਾਰਾਜ ਨੇ ਸਿਰ ਤੇ ਸੋਨੇ ਦਾ ਟੋਪ ਪਾਇਆ ਸੀ। ਕਾਲੇ ਖਾਂ ਜਿਹੜਾ ਕਹਿੰਦਾ ਕਹਾਉਂਦਾ ਯੋਧਾ ਸੂਰਮਾ, 1.25 ਲੱਖ ਦੀ ਫੌਜ ਲੈ ਕੇ ਆਇਆ, ਘੋੜੇ ਸਮੇਤ ਵੱਢਿਆ ਸੀ ਸਤਿਗੁਰੂ ਜੀ ਨੇ। ਉਹ ਕਹਿੰਦੇ ਸਾਡੇ ਨਾਨੇ ਆ ਮਹਾਰਾਜ, ਇਹਨਾਂ ਦੇ ਦਾਦੇ ਨੇ, ਵੀ ਐਡੇ ਐਡੇ ਵੱਡੇ ਯੋਧੇ ਹੋਏ ਆ। ਤੁਰਕਾਂ ਵਿੱਚ ਜਿਹੜੇ ਯੋਧੇ ਸੀ ਉਹਨਾਂ ਨੂੰ ਵੀ ਮਿੱਟੀ 'ਚ ਰੋਲਿਆ। ਹਾਂਜੀ। ਤਿਨਹੂ ਕੇ ਪੋਤਰੇ ਇਹ ਹੈ, ਤੇ ਸਤਿਗੁਰੂ ਉਹਨਾਂ ਦੇ ਪੋਤਰੇ ਆ ਹੁਣ। ਹਾਂਜੀ। ਆਪਨ ਪ੍ਰਤਾਪ ਵਧਾਵਨ ਚਾਹੈ, ਵੀ ਇਹਨਾਂ ਦਾ ਪ੍ਰਤਾਪ ਤੇ ਵਧਣਾ ਹੀ ਹੈ। ਹਾਂਜੀ। ਸਕਲ ਕਲਾ ਸਮਰੱਥ ਬਲ ਭਾਰੀ, ਸਕਲ ਕਲਾ ਸਮਰੱਥ ਨੇ, ਇਹਨਾਂ 'ਚ ਕਿਹੜੀ ਤਾਕਤ ਨਹੀਂ ਹੈਗੀ। ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ, ਪਾਤਸ਼ਾਹੀਆਂ ਨੇ, ਕਿਹੜੀ ਸ਼ਕਤੀ ਨਹੀਂ ਹੈਗੀ। ਇਹਨਾਂ ਕੋ ਕਿਹੜਾ ਬਲ ਨਹੀਂ ਹੈਗਾ, ਤਾਕਤ ਨਹੀਂ ਹੈਗੀ। ਕਿਮ ਤੁਮ ਰੋਕਹੁ ਬਾਕ ਉਚਾਰੀ। ਇਸ ਕਰਕੇ ਤੁਸੀਂ ਕਿਵੇਂ ਰੋਕਦੇ ਹੋ। ਆਖੋ ਅਸਲ 'ਚ ਮਾਮਾ ਜੀ ਹੁਣਾਂ ਨੂੰ ਵੀ ਨੀਤੀ ਨਹੀਂ ਸੀ ਸਮਝਾਉਣੀ ਚਾਹੀਦੀ ਜੀ। ਵੇਖੋ ਬਚਪਨ ਤੋਂ ਦਰਸ਼ਨ ਕਰਨ ਦੇ, ਖਿਡਾਉਂਦੇ ਰਹੇ, ਸਭ ਕੁਝ ਕਰਦੇ ਰਹੇ ਆ, ਪਰ ਫਿਰ ਵੀ ਗੱਲਾਂ 'ਚ ਆ ਗਏ ਜੀ, ਨੀਤੀ ਸਮਝਾਉਣ ਲੱਗ ਪਏ ਵੀ ਇੰਜ ਨਹੀਂ, ਇੰਜ ਕਰਨਾ ਚਾਹੀਦਾ। ਹਾਂਜੀ। ਸੁਨ ਸੰਗੋ ਕੇ ਬਚ ਰਸ ਵੀਰ, ਜਦੋਂ ਸੰਗੋ ਸ਼ਾਹ ਜੀ ਨੇ ਐਨ ਵੀਰ ਰਸ ਵਾਲੇ ਬਚਨ ਕੀਤੇ, ਭਏ ਪ੍ਰਸੰਨ ਗੁਰੂ ਗੰਭੀਰ। ਤੇ ਮਹਾਰਾਜ ਗਰੀਬ ਨਵਾਜ ਸਤਿਗੁਰਾਂ ਨੇ ਸੁਣੇ। ਮਹਾਰਾਜ ਆਪਣੇ ਆਸਣ ਤੇ ਨਾ ਗੰਭੀਰ ਹੋ ਕੇ ਬੈਠੇ ਸੀ। ਇੱਕਦਮ ਮਹਾਰਾਜ ਪ੍ਰਸੰਨ ਹੋ ਗਏ ਸੱਚੇ ਪਾਤਸ਼ਾਹ, ਕਿਉਂਕਿ ਗੱਲ ਹੀ ਚੜ੍ਹਦੀ ਕਲਾ ਵਾਲੀ ਕੀਤੀ ਜੀ ਉਹਨਾਂ ਨੇ। ਹੁਣ ਮਹਾਰਾਜ ਦਾ ਤੇ ਅਵਤਾਰ ਇਸ ਕੰਮ ਲਈ ਹੋਇਆ ਜੀ। ਦੁਸ਼ਟਨ ਕੇ ਖਾਪਨੇ ਕੋ ਧਰਮ ਸਥਾਪਨੇ ਕੋ, ਦੁਸ਼ਟਾਂ ਦਾ ਨਾਸ ਕਰਨਾ, ਪੰਥ ਨੂੰ ਸਾਜਣਾ, ਐਵੇਂ ਕੰਮ ਹੋ ਜਾਏਗਾ ਜੀ ਉਹ। ਹਾਂਜੀ। ਭੋ ਮਾਤੁਲ ਗਿਰਪਤ ਨਿਤ ਪਾਸ, ਕਬਲੋ ਬੈਠ ਰਹੇ ਕਰ ਤਰਾਸ। ਤੇ ਮਹਾਰਾਜ ਪ੍ਰਸੰਨ ਹੋਏ। ਸਤਿਗੁਰੂ ਆਪਣੇ ਮਾਮਾ ਜੀ ਨੂੰ ਕਹਿੰਦੇ, ਮਾਮਾ ਜੀ ਅਸੀਂ ਇਹਨਾਂ ਰਾਜਿਆਂ ਤੋਂ ਡਰ ਕੇ ਬੈਠੇ ਰਹੀਏ। ਕਹਿਣ ਲੱਗੇ ਕਿੰਨਾ ਕੁ ਚਿਰ ਬੈਠਾਂਗੇ। ਮਹਾਰਾਜ ਕਹਿਣ ਲੱਗੇ ਇਹਨਾਂ ਰਾਜਿਆਂ ਤੋਂ। ਬਾਣੀ ਵਿੱਚ ਜ਼ਿਕਰ ਆਉਂਦਾ ਨਾ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਹਾਂਜੀ। ਪੁਰ ਆਪਣੇ ਮਹਿ ਕੈ ਬਨ ਮਹੀਆ, ਕਰਹਿ ਤਥਾ ਜੈਸੇ ਚਿਤ ਚਹੀਆ। ਮਹਾਰਾਜ ਕਹਿਣ ਲੱਗੇ ਅਸੀਂ ਆਪਣੇ ਨਗਰ ਵਿੱਚ ਬੈਠੇ ਹਾਂ, ਜਿਵੇਂ ਚਿੱਤ ਚਾਹੇਗਾ ਉਵੇਂ ਕਰਾਂਗੇ। ਬਿਨ ਕਾਰਨ ਤੇ ਹਿਰਦੈ ਰਸੈ ਹੋਏ। ਇਹ ਤਾਂ ਬਿਨਾਂ ਕਾਰਨ ਤੋਂ ਹੀ ਫਿਰ ਕ੍ਰੋਧ ਚਾਉਣਗੇ ਨਾ ਪਹਾੜੀ ਰਾਜੇ। ਅਸੀਂ ਤਾਂ ਕੁਛ ਨਹੀਂ ਕਿਹਾ। ਆਪਣੋ ਬਲ ਹਮ ਪਰ ਕੁਛ ਕਹਿ। ਚਲੋ ਮੰਨ ਲੈਨੇ ਆ ਵੀ ਬਿਨਾਂ ਕਾਰਨ ਤੋਂ ਗੁੱਸਾ ਕਰਨਗੇ, ਆਪਣੀ ਤਾਕਤ ਵਿਖਾਉਣਗੇ ਸਾਨੂੰ। ਹਾਂਜੀ। ਤੋ ਇਤ ਕਹਾਂ ਨਾਰ ਤਨ ਧਾਰਾ। ਆਖੋ ਵਾਹਿਗੁਰੂ।
ਮਹਾਰਾਜ ਕਹਿੰਦੇ ਮੰਨ ਲੈਨੇ ਆ ਵੀ ਉਹ ਬਿਨਾਂ ਕਾਰਨ ਤੋਂ ਨਾਰਾਜ਼ ਹੋਣਗੇ, ਆ ਕੇ ਸਾਡੇ ਨਾਲ ਜੰਗਾਂ ਕਰਨਗੇ। ਮਹਾਰਾਜ ਕਹਿੰਦੇ ਇੱਥੇ ਅਸੀਂ ਕਿਹੜਾ ਤੀਵੀਆਂ ਬਣ ਕੇ ਬੈਠੇ ਆ, ਅਸੀਂ ਬੀਬੀਆਂ ਵਾਲਾ ਸਰੀਰ ਹੈ। ਮਹਾਰਾਜ ਕਹਿਣ ਲੱਗੇ ਅਸੀਂ ਤੀਵੀਆਂ ਆ। ਹਾਂਜੀ, ਕਰਹਿ ਦਿਖਾਵਨ ਖੜਗੜ ਧਾਰਾ, ਆਉਣਗੇ ਤੇ ਫਿਰ ਖੜਗਾਂ ਦੀਆਂ ਧਾਰਾਂ ਹੀ ਵਿਖਾਵਾਂਗੇ, ਤਿੱਖੀਆਂ ਤਿੱਖੀਆਂ। ਹਾਂਜੀ, ਆਗਿਆ ਹਮੈ ਅਕਾਲ ਪੁਰਖ ਕੀ। ਆ ਹੁਣ ਮਹਾਰਾਜ ਬਚਨ ਖੋਲ ਰਹੇ ਆ, ਧਿਆਨ ਨਾਲ ਸੁਣਿਓ, ਆਖੋ ਵਾਹਿਗੁਰੂ। ਫਿਰ ਪੜ੍ਹ ਦਿਓ। ਆਗਿਆ ਹਮੈ ਅਕਾਲ ਪੁਰਖ ਕੀ। ਸਤਿਗੁਰੂ ਕਹਿਣ ਲੱਗੇ ਮਾਮਾ ਜੀ ਇਹ ਤਾਂ ਆਗਿਆ ਹੈ, ਸਾਨੂੰ ਹੁਕਮ ਹੈ ਅਕਾਲ ਪੁਰਖ ਦਾ। ਕਰਹਿ ਬਾਰਤਾ ਕਰਤੇ ਰੁਖ ਕੀ। ਤੇ ਅਸੀਂ ਤਾਂ ਅਕਾਲ ਪੁਰਖ ਦੇ ਰੁਖ ਅਨੁਸਾਰ ਹੀ ਵਰਤਾਂਗੇ, ਜਿਵੇਂ ਸਾਨੂੰ ਹੁਕਮ ਹੋਇਆ ਉਵੇਂ ਕਰਾਂਗੇ। ਵਿਦਤ ਹੋਣ ਕੇ ਹੇਤ ਪਠਾਏ, ਹਾਂਜੀ। ਕਿਉਂ ਨਾ ਕਰਹਿ ਹਮ ਪ੍ਰਭੂ ਰਜ਼ਾਏ। ਅਕਾਲ ਪੁਰਖ ਜੀ ਨੇ ਸਾਨੂੰ ਭੇਜਿਆ ਹੀ ਪ੍ਰਗਟ ਹੋਣ ਵਾਸਤੇ ਹੈ, ਤੇ ਦੱਸੋ ਕਿਉਂ ਨਾ ਉਵੇਂ ਕਰੀਏ, ਅਕਾਲ ਪੁਰਖ ਜੀ ਦੀ ਰਜ਼ਾ ਵਿੱਚ ਹੀ ਰਵਾਂਗੇ। ਹਾਂਜੀ, ਬਿਨ ਦੁੰਦਪ ਤੇ ਚਮੂ ਹਮਾਰੀ। ਮਹਾਰਾਜ ਕਹਿਣ ਲੱਗੇ ਨਗਾਰੇ ਤੋਂ ਬਗੈਰ ਸਾਡੀਆਂ ਫੌਜਾਂ ਕਿਮ ਸ਼ੋਭਾ ਪ੍ਰਾਪਤ ਬਲ ਭਾਰੀ। ਕਿਵੇਂ ਫੱਬਣਗੀਆਂ, ਨਗਾਰੇ ਤੋਂ ਬਗੈਰ ਕਿਵੇਂ ਚੰਗੀਆਂ ਲੱਗਣਗੀਆਂ ਫੌਜਾਂ ਸਾਡੀਆਂ। ਹਾਂਜੀ, ਜੇ ਅਬ ਛਪੈ ਤਰਾਸ ਕੋ ਧਰੈ। ਉਹ ਤਾਂ ਸਾਇਲੈਂਟ ਦੀ ਫੌਜ ਹੋ ਜਾਣੀ ਸਾਧ ਸੰਗਤ ਜੀ। ਮਹਾਰਾਜ ਕਹਿਣ ਲੱਗੇ ਜੇ ਅਬ ਛਪੈ ਤਰਾਸ ਕੋ ਧਰੈ, ਇਸ ਰਾਜੇ ਭੀਮ ਚੰਦ ਤੋਂ ਡਰਦਿਆਂ ਜੇ ਲੁਕੀਏ ਅਪਰ ਕਾਜ ਕੈਸੇ ਹਮ ਕਰੈ। ਤੇ ਮਾਮਾ ਜੀ ਅਕਾਲ ਪੁਰਖ ਨੇ ਜਿਹੜੀ ਸਾਡੀ ਜ਼ਿੰਮੇਵਾਰੀ ਲਾਈ ਉਹ ਕੰਮ ਕਿਵੇਂ ਕਰਾਂਗੇ। ਹਾਂਜੀ, ਬਿਨਾ ਬਿਲੰਬ ਤਿਆਰ ਕਰਵਾਵੋ। ਬਿਨਾਂ ਦੇਰੀ ਤੋਂ ਛੇਤੀ ਨਗਾਰਾ ਤਿਆਰ ਕਰਾਵੋ। ਸਿਮਰ ਗੁਰੂ ਨਾਨਕ ਬਜਵਾਵੋ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਚੇਤੇ ਕਰਕੇ ਨਗਾਰਾ ਵਜਵਾਓ। ਪਰਲੇ ਆਹ ਦੂਰ ਜੇ ਸੈਲ, ਚੱਲੇ ਤਹਾਂ ਕਿਤ ਕਰਤੇ ਸੈਲ। ਮਹਾਰਾਜ ਕਹਿਣ ਲੱਗੇ ਪਰਲੇ ਪਾਸੇ ਦੂਰ ਪਹਾੜਾਂ ਵਿੱਚ ਸੈਰ ਕਰਨ ਜਾਵਾਂਗੇ। ਹਾਂਜੀ, ਹੇ ਰਹਿ ਵਿਚਰਤ ਕਾਨਨ ਨਾਨਾ। ਨਾਲੇ ਜੰਗਲ ਵੇਖਾਂਗੇ ਕਈ ਤਰ੍ਹਾਂ ਦੇ ਜਿਹੜੇ ਪਰਮੇਸ਼ਰ ਨੇ ਬਣਾਏ ਹਨ। ਖੇਲਤ ਕਰੈ ਅਖੇਰ ਮਹਾਨਾ। ਮਹਾਰਾਜ ਕਹਿਣ ਲੱਗੇ ਉਧਰ ਜਾ ਕੇ ਸ਼ਿਕਾਰ ਵੀ ਖੇਡਾਂਗੇ। ਭੀਮ ਚੰਦ ਭੂਪਤ ਅਹੰਕਾਰੀ। ਭੀਮ ਚੰਦ ਨੂੰ ਹੰਕਾਰ ਹੈ, ਹੰਕਾਰੀ ਰਾਜਾ ਹੈ। ਸਭ ਗਿਰਪਤ ਜਿਸ ਕੇ ਅਨੁਸਾਰੀ। ਤੇ ਸਾਰੇ ਪਹਾੜੀ ਰਾਜੇ ਉਹਦੇ ਮਗਰ ਲੱਗੇ ਆ। ਹਾਂਜੀ, ਪ੍ਰਥਮ ਦਇਓਸ ਹੀ ਤਾਹੇ ਸੁਨਾਵੈ। ਪਹਿਲੇ ਦਿਨ ਹੀ ਨਗਾਰਾ ਭੀਮ ਚੰਦ ਨੂੰ ਹੀ ਸੁਣਾਵਾਂਗੇ। ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਪਹਿਲਾ ਨਗਾਰਾ ਹੀ ਉਹਨੂੰ ਸੁਣਾਉਣਾ ਹੈ। ਦੋਹਰੀ ਦੁੰਦਪ ਚੋਬ ਬਜਾਵੈ। ਦੋਹਰੀਆਂ ਚੋਟਾਂ ਲਾਵਾਂਗੇ, ਦੋਹਰੀਆਂ ਚੋਟਾਂ ਲਾਵਾਂਗੇ। ਸੁਣ ਕਿਮ ਕਹੈ ਸੋ ਜਾਣਿਓ ਜਾਏ। ਨਗਾਰਾ ਸੁਣ ਕੇ ਵੇਖਾਂਗੇ ਕੀ ਕਹਿੰਦੇ ਆ। ਹਾਂਜੀ, ਤਬ ਸਭ ਕੇ ਸੰਸੇ ਮਿਟਾਏਵੈ। ਮਹਾਰਾਜ ਕਹਿਣ ਲੱਗੇ ਸੁਣ ਕਿਮ ਕਹੈ ਸੋ ਜਾਣਿਓ ਜਾਏ। ਨਗਾਰਾ ਸੁਣਨਗੇ ਫਿਰ ਵੇਖਾਂਗੇ ਕੀ ਕਹਿੰਦੇ ਆ, ਆਪੇ ਸਾਰਿਆਂ ਦੇ ਸ਼ੰਕੇ ਮਿਟ ਜਾਣਗੇ। ਪ੍ਰੇਮ ਧਾਰਨ ਕਰਦੇ ਆ ਜਾਂ ਨਾਰਾਜ਼ ਹੁੰਦੇ ਆ, ਇਹ ਤਾਂ ਹੁਣ ਨਗਾਰਾ ਵੱਜਣ ਤੇ ਹੀ ਪਤਾ ਲੱਗੇਗਾ। ਨੰਦ ਚੰਦ ਕੋ ਹੁਕਮ ਬਖਾਨਾ। ਮਹਾਰਾਜ ਨੇ ਨੰਦ ਚੰਦ ਨੂੰ ਹੁਕਮ ਕੀਤਾ, ਕੀਜਹਿ ਤਿਆਰ ਨਿਸ਼ਾਨ ਮਹਾਨਾ। ਮਹਾਰਾਜ ਕਹਿਣ ਲੱਗੇ ਛੇਤੀ ਕਰੋ, ਨਗਾਰਾ ਤਿਆਰ ਕਰੋ, ਨਿਸ਼ਾਨ ਤਿਆਰ ਕਰੋ। ਸੋ ਚੱਲ ਗਇਓ ਤਿਆਰ ਕਰਵਾਇਓ। ਉਹਨੇ ਜਾ ਕੇ ਸਾਧ ਸੰਗਤ ਜੀ ਛੇਤੀ ਕਾਰੀਗਰਾਂ ਨੂੰ ਨੰਦ ਚੰਦ ਜੀ ਨੇ ਕਿਹਾ ਵੀ ਛੇਤੀ ਕਰ ਦਿਓ। ਸੁਰਾ ਮਸਾਲੇ ਸਭ ਮਸਲਾਇਓ। ਉਹ ਜਿਹੜਾ ਉੱਤੇ ਜਦੋਂ ਉਹਨੂੰ ਮੜਨਾ ਮਸਾਲੇ ਲੱਗਣੇ ਆ ਉਹ ਛੇਤੀ ਤਿਆਰ ਕਰਾਏ। ਭਇਓ ਤਿਆਰ ਜਿਸ ਕੀ ਧੁਨ ਭਾਰੀ। ਆਏ ਹਜ਼ੂਰ ਸੋ ਅਰਜ਼ ਗੁਜ਼ਾਰੀ। ਐਸਾ ਨਗਾਰਾ ਤਿਆਰ ਕੀਤਾ ਜਿਹਦੀ ਧੁਨ ਜ਼ਿਆਦੀ ਹੋਏਗੀ, ਜਿਹੜਾ ਜ਼ਿਆਦਾ ਹੋਏਗਾ। ਸੋ ਉਹ ਨਗਾਰਾ ਤਿਆਰ ਹੋ ਗਿਆ ਤੇ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਲੈ ਆਏ ਆ। ਕੱਲ ਨੂੰ ਨਗਾਰਾ ਵੱਜੇਗਾ ਪ੍ਰਸੰਗ 'ਚ, ਉਹ ਕੱਲ ਦੇ ਪ੍ਰਸੰਗਾਂ 'ਚ ਕਥਾ ਸੁਣਾਂਗੇ। ਮਹਾਰਾਜ ਜੋਧੇ ਆ ਸੱਚੇ ਪਾਤਸ਼ਾਹ, ਪੰਥ ਨੂੰ ਸਾਜਣ ਆਏ ਆ। ਅਕਾਲ ਪੁਰਖ ਜੀ ਦਾ ਜਿਵੇਂ ਹੁਕਮ ਹੈ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਕਰਨਾ। ਇਹ ਕਿਤੇ ਛੋਟਾ ਕੰਮ ਨਹੀਂ ਸੀ ਖਾਲਸਾ ਪੰਥ ਸਾਜਣਾ, ਇਹ ਬੜਾ ਵੱਡਾ ਬੜਾ ਮਹਾਨ ਕਾਰਜ ਹੈ। ਅੱਜ ਸਾਰੀ ਦੁਨੀਆ ਨੂੰ ਸੁੱਖ ਮਿਲਦਾ ਖਾਲਸੇ ਪੰਥ ਤੋਂ ਸਾਧ ਸੰਗਤ ਜੀ। ਕਿਹੜਾ ਕਾਰਜ ਖਾਲਸਾ ਪੰਥ ਨਹੀਂ ਕਰਦਾ, ਸਾਰੇ ਕਾਰਜ ਕਰਦਾ।
ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।